ਦੇਖੋ, ਮੈਂ ਅਪੀਲ ਕਰਨੀ ਚਾਹੁੰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਉਹਨਾਂ ਨੂੰ ਸ਼ਹੀਦੀ ਦੀ ਲੋੜ ਨਹੀਂ ਆ। ਉਹਨਾਂ ਨੇ ਜਿਹੜਾ ਪੰਥ ਤੇ ਪੰਜਾਬ ਦਾ ਨੁਕਸਾਨ ਕੀਤਾ, ਅੱਜ ਪੰਥ ਇਹਨਾਂ ਹਾਲਾਤਾਂ 'ਚ ਗਿਆ ਵਾ, ਤਾਂ ਇਹ ਸਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਉਹ ਬਾਦਲ ਪਰਿਵਾਰ ਦੀ ਦੇਣ ਆ। ਕੱਲ੍ਹ ਤਾਂ ਗਾਤਰਾ ਕਿਤੇ ਵੀ ਨਹੀਂ ਸੀ ਉਹਨਾਂ ਦੇ, ਪਰ ਅੱਜ ਉਹਨਾਂ ਨੇ ਉੱਤੋਂ ਦੀ ਪਾਇਆ ਸੀਗਾ। ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਅੱਜ ਉਹ ਮਾਣਯੋਗ CM ਸਾਹਿਬ ਦੇ ਕੋਲ ਗਏ ਹੋਏ ਸੀਗੇ ਪਾਣੀਪਤ, ਤਾਂ ਅੱਜ ਉਹਨਾਂ ਦੇ ਗਾਤਰਾ ਕਿਰਪਾਨ ਉੱਤੋਂ ਦੀ ਸੀਗਾ। ਵੀ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ 'ਚ ਕਈ ਮੈਂਬਰ ਰਾਤ ਨੂੰ ਅੰਮ੍ਰਿਤ ਛਕਦੇ ਆ, ਸਵੇਰੇ ਮੈਂਬਰੀ ਦਾ ਦਾਅਵਾ ਦੇਣ ਲਈ ਉਹਨਾਂ ਨੂੰ ਪਾਰਟੀ ਭੇਜਦੀ ਆ ਵੀ ਜਾਓ ਤਖਤ ਦਮਦਮਾ ਸਾਹਿਬ, ਜਾਓ ਅਕਾਲ ਤਖਤ, ਜਾਂ ਜਾਓ ਕੇਸਗੜ੍ਹ ਸਾਹਿਬ ਤਖਤ, ਤੇ ਜਿਹੜਾ ਨੇੜੇ ਆ ਉੱਥੇ ਅੰਮ੍ਰਿਤ ਛਕ ਕੇ ਆਓ ਭਾਈ, ਤੁਹਾਨੂੰ ਟਿਕਟ ਦੇਣੀ ਆ। 33 ਮੈਂਬਰ 40 ਦੇ ਵਿੱਚੋਂ 33 ਮੈਂਬਰ ਝਿੰਡਾ ਸਾਹਿਬ ਕਹਿੰਦੇ ਸਾਡੇ ਨਾਲ ਸਹਿਮਤ ਨੇ। ਤੁਸੀਂ ਮੈਂਬਰਾਂ ਦੇ ਨਾਲ ਸੰਪਰਕ ਦੇ ਵਿੱਚ ਰਹਿੰਦੇ ਹੋਵੋਗੇ ਪ੍ਰਧਾਨ ਹੋਣ ਨਾਤੇ, ਕੀ ਲੱਗਦਾ 7 ਮੈਂਬਰ ਹੀ ਨੇ ਤੁਹਾਡੇ ਨਾਲ, 33 ਮੈਂਬਰ ਉਹਨਾਂ ਨਾਲ ਚਲੇ ਗਏ? ਆਪਣਾ ਝਿੰਡਾ ਸਾਹਿਬ ਨੂੰ ਪ੍ਰਧਾਨਗੀ ਦੀ ਨਹੀਂ, ਡਾਕਟਰ ਦੀ ਲੋੜ ਆ, ਕਿ ਉਹਨਾਂ ਨੂੰ ਇਲਾਜ ਦੀ ਲੋੜ ਆ, ਕਿ ਉਹ ਡਾਕਟਰੀ ਸਹਾਇਤਾ ਲੈਣ। ਵੀ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਉਹ ਕਿਉਂ ਕਰ ਰਹੇ ਆ। ਸਤਿ ਸ੍ਰੀ ਅਕਾਲ ਦੋਸਤੋ, ਟੌਪਿਕ TV ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਮੀਤ ਸਿੰਘ। ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਿਟ ਨੂੰ ਖਾਰਜ ਕਰਦਿਆਂ ਹਰਿਆਣਾ ਦੇ ਸਿੱਖਾਂ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਗਿਆ। ਹਰਿਆਣੇ ਦੀ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਦੇ ਪ੍ਰਬੰਧਾਂ ਦੇ ਲਈ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਮੋਹਰ ਲਾ ਦਿੱਤੀ ਗਈ। ਉਸ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅਤੇ ਹੋਰ ਸਿੱਖ ਸ਼ਖਸੀਅਤਾਂ ਦੇ ਵੱਲੋਂ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹੈ ਤੇ ਵੱਡੇ ਪੱਧਰ 'ਤੇ ਜਿਹੜੀਆਂ ਹੈ ਉਹ ਗੱਲ ਕੀਤੀ ਜਾ ਰਹੀ ਹੈ ਕਿ ਮਾਨਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਇਹ ਬਿਆਨ ਆਇਆ ਕਿ ਸਿੱਖ ਕੌਮ ਨੂੰ ਵੰਡਣ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਅੱਜ ਸਾਡੇ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਮੌਜੂਦ ਰਹਿਣਗੇ। ਇਹਨਾਂ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਗੱਲਬਾਤ ਕਰਾਂਗੇ ਤੇ ਜਿਹੜੇ ਇਲਜ਼ਾਮ ਲਾਏ ਜਾ ਰਹੇ ਹੈ ਉਹਨਾਂ ਬਾਰੇ ਵੀ ਚਰਚਾ ਕਰਾਂਗੇ। ਦਾਦੂਵਾਲ ਸਾਹਿਬ, ਟੌਪਿਕ TV ਚੈਨਲ 'ਤੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ। ਭਾਈ ਗੁਰਮੀਤ ਸਿੰਘ ਜੀ, ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਆ, ਤੇ ਸਾਰਿਆਂ ਨੂੰ ਤੁਹਾਡੇ ਸਹਿਤ ਜਿੰਨੇ ਵੀ ਸਰੋਤੇ ਸਰਵਣ ਕਰ ਰਹੇ ਆ, ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਕਰਾਂਗੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਜਦੋਂ ਤੋਂ ਸੁਪਰੀਮ ਕੋਰਟ ਦੇ ਵਿੱਚੋਂ ਫੈਸਲਾ ਆਇਆ, ਤੁਰੰਤ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਕਿਹਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਕਿਹਾ ਗਿਆ ਕਿ ਰਿਵਿਊ ਪਟੀਸ਼ਨ ਪਾਈ ਜਾਵੇਗੀ, ਚੈਲੰਜ ਕੀਤਾ ਜਾਊਗਾ। ਹਰਿਆਣੇ ਦੀ ਕਮੇਟੀ ਜਿਹੜੀ ਆ ਬਣਾਈ ਗਈ ਆ ਸੁਪਰੀਮ ਕੋਰਟ ਦੇ ਵੱਲੋਂ, ਇਹ ਸਿੱਖਾਂ ਨੂੰ, ਹਰਿਆਣੇ ਦੇ ਸਿੱਖਾਂ ਨੂੰ ਵੰਡਣ ਦੀ ਇੱਕ ਸਾਜ਼ਿਸ਼ ਹੈ ਸਰਕਾਰਾਂ ਦੀ। ਕੀ ਕਹਿਣਾ ਚਾਹੋਗੇ? ਦੇਖੋ, ਹਰਿਆਣਾ ਵਿੱਚ ਵੀ ਸਿੱਖ ਵੱਸਦੇ ਆ, ਆਪਣੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰ ਸਕਦੇ ਆ, ਔਰ ਉਹਨਾਂ ਨੂੰ ਉਹਨਾਂ ਦਾ ਹੱਕ ਸੀਗਾ। ਉਹਦੇ ਵਾਸਤੇ ਉਹਨਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹਰਿਆਣਾ ਸਰਕਾਰ ਨੇ ਕੀਤਾ ਸੀ 2014 ਦੇ ਵਿੱਚ, ਗੁਰਦੁਆਰਾ ਐਕਟ 2014 ਬਣਾ ਕੇ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਪਰੀਮ ਕੋਰਟ 'ਚ ਗਈ ਸੀ। 8 ਸਾਲ ਲਗਾਤਾਰ ਉਹਦੇ ਵਿੱਚ ਜਿਹੜਾ ਹੈਗਾ ਉਹ ਸੁਣਵਾਈ ਅਧੀਨ ਕੇਸ ਰਿਹਾ। ਤਾਂ ਹੁਣ ਜਿਹੜੀ ਉਹਦੀ ਸੁਣਵਾਈ ਹੋਈ ਆ, ਸ਼੍ਰੋਮਣੀ ਕਮੇਟੀ ਦੀ ਅਪੀਲ ਨੂੰ, ਰਿਟ ਨੂੰ ਖਾਰਜ ਕਰਕੇ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਗ੍ਹਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਮਾਨਤਾ ਜਿਹੜੀ ਆ ਉਹ ਦਿੱਤੀ ਗਈ ਆ। ਤਾਂ ਇਹਦਾ ਪੂਰੇ ਸਵਾਗਤ ਹੋਇਆ। ਹਰਿਆਣੇ 'ਚ ਖੁਸ਼ੀ ਦੀ ਲਹਿਰ ਆ, ਦੁਨੀਆ 'ਚ ਖੁਸ਼ੀ ਦੀ ਲਹਿਰ ਆ, ਪੰਜਾਬ 'ਚ ਖੁਸ਼ੀ ਦੀ ਲਹਿਰ ਆ। ਇੱਕ ਪਰਿਵਾਰ ਨੂੰ ਜਾਂ ਉਹਦੇ ਰਿਲੇਟਡ ਲੋਕਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੰਗਤਾਂ ਵੱਲੋਂ ਜਿੰਨੇ ਸਾਨੂੰ ਵਧਾਈ ਦੇ ਫੋਨ ਹਰਿਆਣਾ 'ਚੋਂ ਆ ਰਹੇ, ਉਨੇ ਹੀ ਪੰਜਾਬ 'ਚੋਂ ਆ ਰਹੇ ਆ। ਦੇਖੋ, ਅੱਜ 25 ਸਤੰਬਰ ਦਾ ਦਿਨ ਆ, ਹੁਣ ਤੱਕ ਸੰਗਤਾਂ ਦੇ ਫੋਨ 20 ਤਰੀਕ ਦਾ ਫੈਸਲਾ ਆਇਆ, 20 ਤੋਂ 21, 22, 23, 24, ਅੱਜ 25 ਤਰੀਕ ਹੋ ਗਈ ਆ। ਤਾਂ ਲਗਾਤਾਰ ਫੋਨ ਜਿਹੜੇ ਸੰਗਤਾਂ ਦੇ ਦੁਨੀਆ ਭਰ ਦੇ ਵਿੱਚੋਂ ਆ ਰਹੇ। ਇੱਕ ਫੋਨ ਸੁਣਦੇ ਆ, 10 ਫੋਨ ਮਿਸ ਹੋ ਜਾਂਦੇ ਆ, ਕਈ ਸੁਣ ਪਾਉਂਦੇ, ਕਈ ਨਹੀਂ ਸੁਣ ਪਾਉਂਦੇ। ਉਹਨਾਂ ਤੋਂ ਖਿਮਾ ਵੀ ਚਾਹੁੰਦੇ ਆ ਜਿਨ੍ਹਾਂ ਦੇ ਫੋਨ ਅਟੈਂਡ ਨਹੀਂ ਕਰ ਪਾਏ ਅਸੀਂ। ਤਾਂ ਇਹ ਬਹੁਤ ਖੁਸ਼ੀ ਦੀ ਲਹਿਰ ਆ ਸੰਗਤਾਂ 'ਚ। ਕੋਈ ਵੰਡਣ ਵੰਡਾਉਣ ਵਾਲੀ ਗੱਲ ਨਹੀਂ ਆ। ਨਾ ਤਾਂ ਅਕਾਲ ਤਖਤ ਵੰਡਿਆ ਗਿਆ, ਨਾ ਗੁਰੂ ਵੰਡਿਆ ਗਿਆ, ਨਾ ਹੀ ਸਿੱਖ ਵੰਡੇ ਗਏ ਆ। ਵੰਡੀ ਤਾਂ ਕੇਵਲ ਗੋਲਕ ਗਈ ਆ ਕਿ ਪਹਿਲਾਂ ਉਹ ਇੱਥੋਂ ਚਲੇ ਜਾਂਦੀ ਸੀਗੀ। ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਹੀ ਜਿਹੜੇ ਐਗਜ਼ੈਕਟਿਵ ਰਹੇ ਆ ਹਰਿਆਣੇ 'ਚ, ਉਹਨਾਂ ਨੇ ਕਿਹਾ ਕਿ 60% ਇੱਥੋਂ ਗੋਲਕ ਜਿਹੜੀ ਸੀ ਉਹ ਲੈ ਜਾਂਦੇ ਸੀਗੇ।
ਵੱਖ-ਵੱਖ ਫੰਡਾਂ ਦੇ ਨਾਂ 'ਤੇ। ਜਿਵੇਂ ਹਰਿਆਣਾ ਕਮੇਟੀ ਵੀ ਇਹ 2 ਤਰ੍ਹਾਂ ਦਾ ਫੰਡ ਲੈਂਦੀ ਹੈ, ਇੱਕ ਧਰਮ ਪ੍ਰਚਾਰ ਫੰਡ, ਇੱਕ ਦਸਵੰਧ। ਪਰ ਸ਼੍ਰੋਮਣੀ ਕਮੇਟੀ ਜਿਹੜੀ ਸੀ ਇਹਨਾਂ 2 ਫੰਡਾਂ ਤੋਂ ਇਲਾਵਾ ਇੱਕ ਵਿੱਦਿਆ ਭਲਾਈ ਫੰਡ, ਇੱਕ ਪੰਥਕ ਭਲਾਈ ਫੰਡ, ਇੱਕ 5ਵਾਂ ਵੀ ਸ਼ੁਰੂ ਕੀਤਾ ਸੀ ਵਿੱਚ ਵਿਚਾਲੇ ਉਹਨਾਂ ਨੇ ਕੁਦਰਤੀ ਆਫਤਾਂ ਦਾ ਫੰਡ, ਤਾਂ ਉਹਨੂੰ ਬਾਅਦ 'ਚ ਬੰਦ ਕਰ ਦਿੱਤਾ। ਸੋ ਮਤਲਬ ਜਿਹੜਾ ਬਚਿਆ ਤਨਖਾਹਾਂ ਤੋਂ ਬਾਅਦ, ਜਿਹੜਾ ਮੁਲਾਜ਼ਮਾਂ ਤੋਂ ਬਾਅਦ ਪੈਸਾ ਬਚਦਾ ਸੀ, ਉਹ ਸਾਰਾ ਹੀ ਇੱਥੋਂ ਲੈ ਜਾਂਦੇ ਸੀ। ਅਤੇ ਤਨਖਾਹਾਂ ਦਾ ਵੀ ਬੁਰਾ ਹਾਲ ਸੀ, ਮੁਲਾਜ਼ਮ ਹਾਲ ਪਾਰਿਆ ਕਰਦੇ ਆ। ਮੈਂ ਆਹ 20 ਦੇ ਫੈਸਲੇ ਤੋਂ ਬਾਅਦ ਵੱਖ-ਵੱਖ ਗੁਰਦੁਆਰਿਆਂ 'ਚ ਗਿਆ, ਦਰਸ਼ਨ ਕੀਤੇ, ਪ੍ਰਬੰਧਕਾਂ ਨੇ, ਗੁਰਦੁਆਰਾ ਲੋਕਲ ਕਮੇਟੀਆਂ ਨੇ ਸਨਮਾਨ ਕੀਤਾ। ਮੁਲਾਜ਼ਮਾਂ ਨੇ ਇੱਕੋ ਹੀ ਰੋਣਾ ਰੋਇਆ ਕਿ ਸਾਡੀਆਂ ਤਨਖਾਹਾਂ ਬਹੁਤ ਘੱਟ ਆ। ਮੈਂ ਬਹੁਤ ਥਾਈਂ ਗਿਆ ਵਾਂ, ਬਹੁਤ ਨਾਮਾਤਰ ਤਨਖਾਹਾਂ ਨੇ। ਉਹ ਕਹਿੰਦੇ ਸਾਡੀਆਂ ਕਈ ਸਾਲਾਂ ਤੋਂ ਲਗਾਤਾਰ ਜਿਹੜੀਆਂ ਉਹ ਤਨਖਾਹ ਵਧਾਈ ਨਹੀਂ ਜਾ ਰਹੀ। ਮੈਨੂੰ 2 ਸਾਲ ਹੋਏ ਆ ਮੁੱਖ ਸੇਵਾਦਾਰ ਬਣੇ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਅਸੀਂ ਆਪਣੇ ਬਜਟ ਦੇ ਹਿਸਾਬ ਨਾਲ 3 ਵਾਰੀ ਤਨਖਾਹਾਂ 2 ਸਾਲਾਂ ਦੇ ਵਿੱਚ, 3 ਵਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ, ਉਹਨਾਂ ਦੇ ਰਹਿਣ ਵਾਸਤੇ ਅਸੀਂ ਜਿਹੜੀਆਂ ਰਹਿਣ ਬਸੇਰੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਕਹਿ ਕੇ ਉਹਨਾਂ ਦੀਆਂ ਰਿਹਾਇਸ਼ਾਂ ਦਾ ਪ੍ਰਬੰਧ, ਹਰ ਤਰ੍ਹਾਂ ਦਾ ਮਤਲਬ ਜਿਹੜਾ ਸੀ ਉਹਨਾਂ ਦਾ ਖਿਆਲ ਰੱਖਿਆ। ਸੋ ਇਸ ਤਰੀਕੇ ਦੇ ਨਾਲ ਉਹ ਮੁਲਾਜ਼ਮਾਂ ਦਾ ਵੀ ਬਹੁਤਾ ਖਿਆਲ ਨਹੀਂ ਸੀ ਰੱਖਦੇ। ਤਾਂ ਹੀ ਅਸੀਂ ਜਿਹੜਾ ਹੈਗਾ ਹੁਣ ਹਰਿਆਣਾ ਕਮੇਟੀ ਵੱਲੋਂ ਐਲਾਨ ਕੀਤਾ ਕਿ ਅਸੀਂ ਕਿਸੇ ਵੀ ਮੁਲਾਜ਼ਮ ਨੂੰ ਸੇਵਾ ਮੁਕਤ ਨਹੀਂ ਕਰਾਂਗੇ, ਚਾਹੇ ਉਹ ਦਿੱਲੀ ਸਟੇਟ ਦਾ ਇੱਥੇ ਕੰਮ ਕਰਦਾ, ਚਾਹੇ ਉਹ ਪੰਜਾਬ ਦਾ, ਚਾਹੇ ਉਹ ਯੂਪੀ ਦਾ, ਚਾਹੇ ਰਾਜਸਥਾਨ ਦਾ। ਜਿਹੜੇ ਵੀ ਹਰਿਆਣਾ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ 'ਚ ਸੇਵਾਦਾਰ ਮੁਲਾਜ਼ਮ ਕੰਮ ਕਰ ਰਹੇ ਸੀ, ਉਹ ਕਰਦੇ ਰਹਿਣ। ਕੋਈ ਖੁਸ਼ੀ ਦੇ ਨਾਲ ਜਾਣਾ ਚਾਹੁੰਦਾ ਤਾਂ ਉਹ ਵੱਖਰੀ ਗੱਲ ਹੈ। ਬਾਕੀ ਕੱਲ੍ਹ ਨੂੰ ਭਾਈਚਾਰਾ ਬਣ ਜਾਂਦਾ ਹੈ, ਕੋਈ ਪੰਜਾਬ ਦੇ ਇੱਥੇ ਨੇ, ਹਰਿਆਣੇ ਦੇ ਪੰਜਾਬ 'ਚ ਨੇ, ਉਹ ਅਦਲਾ ਬਦਲੀ, ਜਿਵੇਂ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਅਦਲਾ ਬਦਲੀ, ਜਿਵੇਂ ਜ਼ਮੀਨਾਂ ਕੁਝ ਇੱਧਰ ਅਲਾਟ ਹੋਈਆਂ, ਇੱਧਰਿਆਂ ਨੂੰ ਉੱਧਰ ਅਲਾਟ ਹੋਈਆਂ, ਵੀ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਆ ਉਹ ਹੋ ਸਕਦੀ ਆ, ਉਹ ਜਿਸ ਵੇਲੇ ਸਾਰੇ ਹਾਲਾਤ ਸੁਖਾਵੇਂ ਹੋ ਜਾਣਗੇ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਕਿਸੇ ਤਰ੍ਹਾਂ ਦੀ ਕੋਈ ਵੰਡ ਨਹੀਂ ਆ। ਇਹ ਇੱਥੇ ਦੀ ਗੋਲਕ ਇੱਥੇ ਗੁਰਦੁਆਰਿਆਂ ਦੇ ਪ੍ਰਬੰਧ ਸੁਧਾਰ 'ਤੇ, ਧਰਮ ਪ੍ਰਚਾਰ 'ਤੇ, ਮੈਡੀਕਲ ਸੇਵਾ 'ਤੇ, ਐਜੂਕੇਸ਼ਨ ਸੇਵਾ 'ਤੇ, ਇਸ ਪਾਸੇ ਅਸੀਂ ਇੱਥੇ ਕੋਈ ਗੁਰਮਤ ਦੇ ਵਿਦਿਆਲੇ ਖੋਲ੍ਹੀਏ, ਚੰਗੇ ਗ੍ਰੰਥੀ ਸਿੰਘ ਪੈਦਾ ਹੋਣ, ਚੰਗੇ ਰਾਗੀ ਸਿੰਘ ਪੈਦਾ ਹੋਣ, ਚੰਗੇ ਕੀਰਤਨੀਏ ਪੈਦਾ ਹੋਣ, IAS IPS ਕੋਚਿੰਗ ਸੈਂਟਰ ਖੋਲ੍ਹਿਆ ਜਾਵੇ, ਚੰਗੇ ਸਕੂਲ ਕਾਲਜ ਖੋਲ੍ਹੇ ਜਾਣ। ਇੱਥੇ ਦਾ ਜਿਹੜਾ 150-200 ਕਰੋੜ ਦਾ ਬਜਟ ਆ ਹਰਿਆਣੇ ਦਾ, ਉਹ ਹਰਿਆਣੇ 'ਚ ਖਰਚ ਹੋਵੇ। ਕੁਝ ਵੀ ਵੰਡਿਆ ਨਹੀਂ ਗਿਆ, ਸਿਰਫ ਗੋਲਕ ਆ ਜਿਹੜੀ ਅੱਗੇ ਇੱਥੋਂ ਲੈ ਜਾਂਦੇ ਸੀਗੇ, ਹੁਣ ਇੱਥੋਂ ਜਾਣੀ ਨਹੀਂ। ਹੋਰ ਅਸੀਂ ਵੀ ਅਕਾਲ ਤਖਤ ਨੂੰ ਸਮਰਪਿਤ ਸਿੱਖ ਹਾਂ, ਸਾਰੇ ਹਰਿਆਣੇ ਦੇ ਸਿੱਖ ਵੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਨੇ, ਸਮਰਪਿਤ ਨੇ। ਸੋ ਇਸ ਕਰਕੇ ਕੁਝ ਵੀ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਮੈਂ ਸਮਝਦਾ ਗੁੰਮਰਾਹ ਕੋਨਾ, ਇਸ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਉਹ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ। ਜਥੇਦਾਰ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉਹਨਾਂ ਨੇ ਵੀ ਇਹ ਬਿਆਨ ਦਿੱਤਾ ਹੈ ਕਿ ਹਰਿਆਣੇ ਦੀ ਵੱਖਰੀ ਕਮੇਟੀ ਬਣਨੀ ਹੈ ਜਿਹੜੀ ਉਹ ਸਾਜ਼ਿਸ਼ ਦੇ ਤਹਿਤ ਸਰਕਾਰਾਂ ਦੇ ਵੱਲੋਂ ਸਿੱਖ ਕੌਮ ਦੇ ਵਿੱਚ ਫੁੱਟ ਪਾਈ ਜਾ ਰਹੀ ਹੈ। ਜਥੇਦਾਰ ਸਾਹਿਬ ਦਾ ਜਿਹੜਾ ਅਹੁਦਾ ਹੈ ਬੜਾ ਸਤਿਕਾਰਯੋਗ ਹੈ ਸਿੱਖ ਕੌਮ ਦੇ ਲਈ। ਸਿੱਖ ਕੌਮ ਦਾ ਕੇਂਦਰੀ ਅਸਥਾਨ ਹੈ ਸ੍ਰੀ ਅਕਾਲ ਤਖਤ ਸਾਹਿਬ। ਉੱਥੋਂ ਸੁਨੇਹਾ ਆਉਂਦਾ ਹੈ ਕਿ ਹਰਿਆਣੇ ਦੀ ਕਮੇਟੀ ਸਾਜ਼ਿਸ਼ ਦੇ ਤਹਿਤ ਸਿੱਖਾਂ ਦੀ ਵੰਡ ਹੈ। ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਥੇਦਾਰ ਅਕਾਲ ਤਖਤ ਸਾਹਿਬ ਬੜੇ ਸਤਿਕਾਰਤ ਹੁੰਦੇ ਆ। ਜਦੋਂ ਨਿਰਪੱਖ ਫੈਸਲੇ ਅਕਾਲ ਤਖਤ ਨੂੰ ਸਮਰਪਿਤ, ਉਹ ਗੁਰੂ ਗ੍ਰੰਥ, ਗੁਰੂ ਪੰਥ, ਗੁਰ ਇਤਿਹਾਸ, ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਜਿਹੜੇ ਫੈਸਲੇ ਕਰਦੇ ਆ ਉਹਨੂੰ ਹਰ ਸਿੱਖ ਮੰਨਦਾ। ਜਦੋਂ ਫੈਸਲਾ ਨਿਰਪੱਖ ਨਾ ਹੋਵੇ, ਇੱਕ ਧੜੇ ਜਾਂ ਇੱਕ ਪਾਰਟੀ ਜਾਂ ਇੱਕ ਪਰਿਵਾਰ ਦੀ ਪੁਸਤ ਪਣਾਈ ਹੋਵੇ, ਤਾਂ ਫਿਰ ਸਿੱਖ ਉਸ ਫੈਸਲੇ ਨੂੰ ਮੰਨਦਾ ਨਹੀਂ ਆ। ਸੋ ਜਥੇਦਾਰ ਅਕਾਲ ਤਖਤ ਨੂੰ ਇਹੀ ਅਪੀਲ ਕਰਨੀ ਚਾਹੁੰਦੇ ਆ ਕਿ ਉਹ ਨਿਰਪੱਖ ਫੈਸਲੇ ਲੈਣ। ਹਰਿਆਣੇ 'ਚ ਵੀ ਸਿੱਖ ਨੇ। ਜੇ ਤਾਂ ਕਿਸੇ ਸਰਕਾਰ ਨੇ ਹਰਿਆਣੇ ਦੇ ਸਿੱਖਾਂ ਦੀ ਬਜਾਏ ਇਹ ਕਮੇਟੀ ਮੁਸਲਮਾਨਾਂ ਨੂੰ ਬਣਾ ਕੇ ਦੇ ਦਿੱਤੀ ਹੋਵੇ, ਪ੍ਰਬੰਧ ਗੁਰਦੁਆਰਿਆਂ ਦਾ ਈਸਾਈਆਂ ਨੂੰ ਦੇ ਦਿੱਤਾ ਹੋਵੇ ਜਾਂ ਬ੍ਰਾਹਮਣਾਂ ਨੂੰ ਦੇ ਦਿੱਤਾ ਹੋਵੇ, ਫਿਰ ਤਾਂ ਹੈ। ਇੱਥੇ ਵੀ ਸਿੱਖ ਨੇ, ਅੰਮ੍ਰਿਤਧਾਰੀ ਸਿੱਖਾਂ ਨੂੰ ਪ੍ਰਬੰਧ ਦਿੱਤਾ। ਮਾਣਯੋਗ ਸੁਪਰੀਮ ਕੋਰਟ ਨੇ ਜੱਜ ਜਦੋਂ ਫੈਸਲਾ ਦੇ ਰਹੇ ਸੀ, ਆਰਗੂਮੈਂਟ ਹੋ ਰਹੀ ਸੀ, ਤਾਂ ਸਾਡੇ ਵਕੀਲ ਸਾਹਿਬਾਨ ਨੇ, ਸਾਡੇ ਸਕੱਤਰ ਸਾਹਿਬ ਉੱਥੇ ਹਾਜ਼ਰ ਸੀ ਹਰਿਆਣਾ ਕਮੇਟੀ ਦੇ, ਸਰਬਜੀਤ ਸਿੰਘ ਜੀ, ਤਾਂ ਉਹਨਾਂ ਨੂੰ ਜਦੋਂ ਦੇਖਿਆ ਉਹ ਕਹਿੰਦੇ ਵੀ ਇਹ ਵੀ ਸਿੱਖ ਨੇ, ਸਿੱਖਾਂ ਨੂੰ ਹੀ ਪ੍ਰਬੰਧ, ਹਰਿਆਣੇ ਦੇ ਸਿੱਖ ਜਿਹੜੇ ਆ ਇਹ ਵੀ ਤਾਂ ਸਿੱਖ ਨੇ, ਸਿੱਖਾਂ ਨੂੰ ਪ੍ਰਬੰਧ ਦਿੱਤਾ ਜਾ ਰਿਹਾ। ਸੋ ਇਸ ਕਾਰਨ ਕਰਕੇ ਕੋਈ ਵੀ ਐਸੀ ਗੱਲ ਨਹੀਂ ਹੈ। ਜਥੇਦਾਰ ਸਾਹਿਬ ਨੂੰ ਚਾਹੀਦਾ ਕਿ ਉਹ ਨਿਰਪੱਖ ਫੈਸਲੇ ਲੈਣ। ਕਿਸੇ ਧੜੇ, ਕਿਸੇ ਪਰਿਵਾਰ ਜਾਂ
ਕਿਸੇ ਪਾਰਟੀ ਦੀ ਪੁਸਤ ਪੜਾਈ ਨਾ ਕਰਨ। ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਉਹਨਾਂ ਨੂੰ ਸਗੋਂ ਅਪੀਲ ਕਰਨੀ ਚਾਹੀਦੀ ਆ, ਉਹਨਾਂ ਨੂੰ ਹੁਕਮ ਜਾਰੀ ਕਰਨਾ ਚਾਹੀਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਆ ਕੇ ਹਰਿਆਣੇ ਦੇ ਸਿੱਖਾਂ ਨੂੰ ਸੇਵਾ ਸੰਭਾਲ ਕੇ ਜਾਏ, ਇੱਕ ਭਾਈਚਾਰਾ ਪਿਆਰ ਬਣਿਆ ਜਾਏ। 1-2 ਮੈਂਬਰ ਉਹ ਸਾਡੇ ਤੋਂ ਲੈਣ, 1-2 ਅਸੀਂ ਉਹਨਾਂ ਨੂੰ ਦਈਏ। ਜਿਸ ਤਰ੍ਹਾਂ ਦਿੱਲੀ ਕਮੇਟੀ ਨਾਲ ਉਹਨਾਂ ਦਾ ਭਾਈਚਾਰਾ ਬਣਿਆ ਰਹਿੰਦਾ, ਤਖਤ ਹਜ਼ੂਰ ਸਾਹਿਬ ਬੋਰਡ ਨਾਲ, ਤਖਤ ਸ੍ਰੀ ਪਟਨਾ ਸਾਹਿਬ ਬੋਰਡ ਦੇ ਨਾਲ ਜੇ ਕੋਈ ਐਕਟ ਦੇ ਵਿੱਚ ਕੋਈ ਅਮੈਂਡਮੈਂਟ ਕਰਾਉਣ ਵਾਲੀ ਆ, ਕੋਈ ਸੋਧ ਕਰਾਉਣ ਵਾਲੀ, ਉਹ ਕਰਾਈਆਂ ਜਾਣ। SGPC ਦੇ ਵੀ ਅਤੇ ਹਰਿਆਣਾ ਕਮੇਟੀ ਦੇ ਵੀ ਇਸ ਤਰ੍ਹਾਂ ਦਾ ਇੱਕ ਭਾਈਚਾਰਾ ਪਿਆਰ ਅਤੇ ਇਤਫਾਕ ਬਣਾਇਆ ਜਾਵੇ, ਨਾ ਕਿ ਕਿਸੇ ਤਰ੍ਹਾਂ ਦਾ ਲੜਾਈ ਝਗੜਾ ਪੈਦਾ ਕੀਤਾ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਕਿਹਾ ਗਿਆ ਕਿ 1984 ਦੇ ਵਿੱਚ ਬਲੂ ਸਟਾਰ ਵਾਪਰਿਆ, ਉਸ ਤੋਂ ਬਾਅਦ ਜਿਹੜਾ ਹੈ ਵੱਡਾ ਹਮਲਾ ਜਿਹੜਾ ਸਿੱਖ ਕੌਮ 'ਤੇ, ਇਹ ਹਰਿਆਣਾ ਕਮੇਟੀ ਬਣਾਉਣ ਦਾ ਵੱਡਾ ਹਮਲਾ ਹੈ। ਉਹਨਾਂ ਨੇ ਆਪਰੇਸ਼ਨ ਬਲੂ ਸਟਾਰ ਦੇ ਨਾਲ ਇਸ ਫੈਸਲੇ ਦੀ ਤੁਲਨਾ ਕੀਤੀ ਹੈ। ਕੀ ਸਮਝਦੇ ਹੋ ਉਹਨਾਂ ਦੇ ਇਸ ਫੈਸਲੇ ਦੀ? ਦੇਖੋ, ਸਰਦਾਰ ਧਾਮੀ ਸਾਹਿਬ ਬੜੇ ਸਤਿਕਾਰਯੋਗ ਨੇ, ਐਡਵੋਕੇਟ ਨੇ, ਪੜ੍ਹੇ ਲਿਖੇ ਨੇ, ਮੈਂ ਉਹਨਾਂ ਦਾ ਸਤਿਕਾਰ ਕਰਦਾ, ਪਰ ਉਹਨਾਂ ਨੂੰ ਇਸ ਤਰ੍ਹਾਂ ਦਾ ਬਿਆਨ ਨਹੀਂ। ਜਿਨ੍ਹਾਂ ਨੇ 84 ਹੰਢਾਈ ਆਪਰੇਸ਼ਨ ਬਲੂ ਸਟਾਰ, ਜਿਹਨੂੰ ਅਸੀਂ ਤੀਜਾ ਘੱਲੂਘਾਰਾ ਕਹਿੰਦੇ ਹਾਂ, ਜਿਨ੍ਹਾਂ ਨੇ ਹੰਢਾਇਆ ਜਾਂ ਜੋ ਵੇਖਿਆ, ਇਹ ਤਾਂ ਉਹੀ ਜਾਣਦੇ ਆ। ਜਿਹੜੇ ਘਰ ਪਰਿਵਾਰ ਬਰਬਾਦ ਹੋਏ, ਜਿਨ੍ਹਾਂ ਦੀਆਂ ਘਰਾਂ ਦੇ ਚੁੱਲ੍ਹਿਆਂ 'ਚ ਘਾਹ ਉੱਗਿਆ ਆ, ਅਤੇ ਜਿਨ੍ਹਾਂ ਦੇ ਘਰਾਂ ਨੂੰ ਤਾਲੇ ਲੱਗੇ, ਉੱਜੜ ਗਏ ਪਰਿਵਾਰਾਂ ਦੇ ਪਰਿਵਾਰ, ਇਹ ਤਾਂ ਉਹੀ ਜਾਣਦੇ ਆ ਵੀ ਇਸ ਗੁਰੂ ਘਰ ਦੀ ਸੇਵਾ ਹਰਿਆਣੇ ਦੇ ਸਿੱਖਾਂ ਨੂੰ ਮਿਲਣ ਨੂੰ ਇਸ ਤਰ੍ਹਾਂ ਦਾ ਬਿਆਨ ਜਿਹੜਾ ਉਹਨਾਂ ਨੂੰ ਨਹੀਂ ਦੇਣਾ ਚਾਹੀਦਾ। ਇਹ ਤਾਂ ਬੜਾ ਭੜਕਾਟ ਦਾ ਬਿਆਨ ਆ, ਅਤੇ ਸਰਦਾਰ ਧਾਮੀ ਸਾਹਿਬ ਵਰਗੇ ਪ੍ਰਧਾਨ ਦੇ ਕੋਲੋਂ ਅਸੀਂ ਇਸ ਤਰ੍ਹਾਂ ਦੇ ਬਿਆਨ ਦੀ ਆਸ ਨਹੀਂ ਰੱਖਦੇ। ਉਹਨਾਂ ਨੂੰ ਭੜਕਾਟ ਵਾਲਾ ਬਿਆਨ ਜਿਹੜਾ ਉਹ ਬਿਲਕੁਲ ਨਹੀਂ ਦੇਣਾ ਚਾਹੀਦਾ। ਹਰਿਆਣੇ 'ਚੋਂ ਆਉਣ, ਅਸੀਂ ਉਹਨਾਂ ਦਾ ਸਤਿਕਾਰ ਸਨਮਾਨ ਕਰੀਏ, ਆਉਂਦੇ ਆ, ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਆਉਣਗੇ ਵੀ, ਅਤੇ ਅਸੀਂ ਉਹਨਾਂ ਦਾ ਬੜਾ ਅਦਬ ਅਤੇ ਸਤਿਕਾਰ ਕਰਦੇ ਹਾਂ। ਅਤੇ ਉਸ ਅਦਬ ਅਤੇ ਸਤਿਕਾਰ ਨੂੰ ਖਿਆਲ ਵਿੱਚ ਰੱਖਦੇ ਹੋਏ ਸਰਦਾਰ ਧਾਮੀ ਸਾਹਿਬ ਨੂੰ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਉਹ ਨਹੀਂ ਕਰਨੀ ਚਾਹੀਦੀ। ਗੁਰਦੁਆਰਿਆਂ ਦਾ ਪ੍ਰਬੰਧ ਪੂਰਨ ਤੌਰ 'ਤੇ ਹਰਿਆਣਾ ਕਮੇਟੀ ਨੂੰ ਸੌਂਪਣ ਦੇ ਲਈ ਇਹ ਲੱਗ ਰਿਹਾ ਵੀ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਹਜੇ ਤੱਕ ਰਾਜੀ ਨਹੀਂ ਹੈ, ਕਿਉਂਕਿ ਬਿਆਨ ਇਸ ਤਰ੍ਹਾਂ ਦੇ ਆ ਰਹੇ ਹੈ ਜਿਵੇਂ ਕਿ ਹੁਣ ਪਿੱਛੇ ਜੇ ਉਹਨਾਂ ਨੇ ਪਹਿਲਾਂ ਤਾਂ ਰਿਵਿਊ ਪਟੀਸ਼ਨ ਦੀ ਗੱਲ ਕੀਤੀ ਸੀ, ਹੁਣ ਇਸ ਤਰ੍ਹਾਂ ਦੇ ਬਿਆਨ ਆ ਰਹੇ ਹੈ ਕਿ ਹਰਿਆਣਾ ਸਰਕਾਰ ਜਿਹੜੀ ਹੈ ਗੁਰਦੁਆਰਿਆਂ ਦਾ ਪ੍ਰਬੰਧ ਧੱਕੇ ਦੇ ਨਾਲ ਸਾਡੇ ਤੋਂ ਖੋਹਣ ਦੀ ਕੋਸ਼ਿਸ਼ ਨਾ ਕਰੇ। ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀਆਂ ਜੋ ਆਪਣੀਆਂ ਮਜਬੂਰੀਆਂ, ਉਹ ਪੰਜਾਬ 'ਚ ਕੰਮ ਕਰਦੇ ਆ, ਅਕਾਲੀ ਦਲ ਨਾਲ ਰਿਲੇਟਡ ਆ, ਇਸ ਕਾਰਨ ਉਹਨਾਂ ਨੇ ਪੰਜਾਬ ਵਿੱਚ ਇਲੈਕਸ਼ਨਾਂ ਵੀ ਲੜਨੀਆਂ ਨੇ, ਉਹਨਾਂ ਦੀਆਂ ਮਜਬੂਰੀਆਂ ਨੇ, ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਵੀ ਕਰਨਗੇ। ਪਰ ਇਹਦੇ ਵਿੱਚ ਮੈਂ ਸਮਝਦਾ ਵੀ ਕੋਈ ਵੀ ਕਾਨੂੰਨੀ ਪੱਖ ਐਸਾ ਨਹੀਂ ਹੈ ਜਿਹੜਾ ਉਹਨਾਂ ਦੇ ਹੱਕ ਵਿੱਚ ਹੋਵੇ। ਇਹ ਬਕਾਇਦਾ ਕਾਨੂੰਨੀ ਫੈਸਲਾ ਆ, ਇਹ ਕੋਈ ਪੋਲੀਟੀਕਲ ਫੈਸਲਾ ਨਹੀਂ ਹੈਗਾ। ਦੂਸਰਾ ਜਿਹੜਾ ਹੈਗਾ ਵਾ ਕਿ ਗੁਰਦੁਆਰਿਆਂ ਦੇ ਪ੍ਰਬੰਧ ਦੀ ਗੱਲ, ਜਿਹੜੀਆਂ 18 ਦੇ ਕਰੀਬ ਲੋਕਲ ਕਮੇਟੀਆਂ, ਉਹ ਤਾਂ ਖੁਦ ਸਾਨੂੰ ਫੋਨ ਕਰਕੇ, ਮੈਂ ਕਈ ਜਗ੍ਹਾ 'ਤੇ ਜਾ ਆਇਆ, ਉਹਨਾਂ ਨੇ ਸਨਮਾਨ ਕੀਤਾ, ਐਲਾਨ ਕੀਤਾ ਅਸੀਂ ਨਾਲ ਚੱਲਾਂਗੇ। ਜਿਹੜੇ ਸਿੱਧੇ ਪ੍ਰਬੰਧ ਆ, ਮੈਨੇਜਰ ਆ, ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਨਾਲ ਚੱਲਾਂਗੇ ਹਰਿਆਣਾ ਕਮੇਟੀ। ਅਸੀਂ ਕਿਸੇ ਤਰ੍ਹਾਂ ਦਾ ਵੀ ਪ੍ਰਬੰਧ ਕੋਈ ਜ਼ਬਰਦਸਤੀ ਨਹੀਂ ਹੋਣਾ ਚਾਹੁੰਦੇ, ਕੋਈ ਕਬਜ਼ੇ ਦੀ ਭਾਵਨਾ ਨਹੀਂ ਆ, ਕੋਈ ਟਕਰਾਅ ਦੀ ਭਾਵਨਾ ਨਹੀਂ, ਕੋਈ ਤਕਰਾਰ ਦੀ ਭਾਵਨਾ ਨਹੀਂ ਆ। ਸੁਪਰੀਮ ਕੋਰਟ ਦਾ ਫੈਸਲਾ ਅੱਜ ਨਹੀਂ ਕੱਲ੍ਹ ਉਹਨਾਂ ਨੂੰ ਮੰਨਣਾ ਪੈਣਾ। ਸੋ ਇਸ ਕਾਰਨ ਕਰਕੇ ਆਪ ਸਾਨੂੰ ਸੰਗਤਾਂ ਕਹਿ ਰਹੀਆਂ, ਆਪ ਕਮੇਟੀਆਂ ਕਹਿ ਰਹੀਆਂ, ਆਉਣ ਵਾਲੇ ਦਿਨਾਂ 'ਚ ਸਰਕਾਰ ਜਿਹੜੀ ਆ ਉਹ ਹੋਮ ਡਿਪਾਰਟਮੈਂਟ ਜਾਂ ਐਡਵੋਕੇਟ ਜਨਰਲ ਡਿਪਾਰਟਮੈਂਟ ਉਹ ਫੈਸਲੇ ਨੂੰ ਪੜ੍ਹ ਰਿਹਾ, ਉਹਦੇ ਵਿਚਾਰ ਰਿਹਾ, ਐਕਟ ਨੂੰ ਵਿਚਾਰ ਰਿਹਾ ਵੀ ਕਿਸ ਤਰੀਕੇ ਕਾਨੂੰਨੀ ਤਰੀਕੇ ਦੇ ਨਾਲ ਅਸੀਂ ਸੇਵਾ ਸੰਭਾਲਣੀ ਚਾਹੁੰਦੇ ਹਾਂ। ਸੰਗਤਾਂ ਦੇ ਅੱਜ ਚਾਬੀਆਂ ਦੇਣ ਨੂੰ ਤਿਆਰ ਸਨ, ਪਰ ਅਸੀਂ ਕਿਤਿਓਂ ਵੀ ਚਾਬੀਆਂ ਨਹੀਂ ਫੜੀਆਂ। ਜਿੱਥੇ ਵੀ ਅਸੀਂ ਗਏ ਸੀ ਕਿ ਭਾਈ ਬਕਾਇਦਾ ਕਾਨੂੰਨੀ ਤਰੀਕੇ ਨਾਲ ਇੱਥੇ ਤੁਹਾਡੇ ਕੋਲੇ ਆਉਣਗੇ ਮੁਲਾਜ਼ਮ, ਕਾਨੂੰਨੀ ਤਰੀਕੇ ਦੇ ਨਾਲ ਸਾਰੀ ਸੇਵਾ ਸੰਭਾਲ ਲਿਖਤ ਪੜ੍ਹਤ ਜਿਹੜੀ ਆ ਉਹ ਕੀਤੀ ਜਾਊਗੀ। ਅਸੀਂ ਇਸ ਤਰ੍ਹਾਂ ਨਹੀਂ ਵੀ ਆ ਗਏ ਜੀ, ਚਲੋ ਜੀ ਚਾਬੀਆਂ ਸਾਨੂੰ ਤੁਸੀਂ ਫੜਾਤੀਆਂ, ਅਸੀਂ ਫੜ ਲਈਆਂ, ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ। ਇਸ ਕਾਰਨ ਕਰਕੇ ਮੈਂ ਅਪੀਲ ਇਹ ਕਰਨੀ ਚਾਹੁੰਦਾ ਵਾਂ ਕਿ ਬੜੇ ਅਮਨ ਸ਼ਾਂਤੀ ਦੇ ਨਾਲ ਸਾਰੇ ਹਰਿਆਣੇ ਦੇ ਸਿੱਖਾਂ ਨੂੰ ਵੀ, ਸਾਡੇ ਮੈਂਬਰਾਂ ਨੂੰ ਵੀ ਕਿਤੇ ਕੋਈ ਜਾ ਕੇ ਜ਼ੋਰ ਜਮਾਈ ਨਹੀਂ ਕਰਨੀ, ਜ਼ਬਰਦਸਤੀ ਨਹੀਂ ਕਰਨੀ। ਤੁਸੀਂ ਜਾਓ, ਦਰਸ਼ਨ ਕਰੋ, ਮੱਥਾ ਟੇਕੋ, ਮੁਲਾਜ਼ਮਾਂ ਨਾਲ ਮਿਲੋ। ਅਸੀਂ ਜਾ ਰਹੇ ਹਾਂ, ਮੈਂ ਕਿੰਨੇ ਗੁਰਦੁਆਰਿਆਂ 'ਚ 21 ਤਰੀਕ ਨੂੰ, ਉਸ ਤੋਂ ਬਾਅਦ 22, 23, 24 ਲਗਾਤਾਰ ਮੈਂ ਇੱਥੋਂ ਸਿਰਸਾ ਤੋਂ ਤੁਰਿਆ ਸੀ। ਸਿਰਸੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਸਾਹੂ ਵਾਲਾ, ਉਹਨਾਂ ਨੇ ਐਲਾਨ ਕਰਤਾ ਅਸੀਂ ਹਰਿਆਣਾ ਕਮੇਟੀ ਨਾਲ ਚੱਲਾਂਗੇ। ਉਸ ਤੋਂ ਬਾਅਦ ਰਤੀਆ, ਫਿਰ ਉਸ ਤੋਂ ਬਾਅਦ ਜਿਹੜਾ ਸੀਗਾ ਗੁਰਦੁਆਰਾ 6ਵੀਂ ਪਾਤਸ਼ਾਹੀ ਕੁਰੂਕਸ਼ੇਤਰ ਅਸੀਂ ਗਏ, ਗੁਰਦੁਆਰਾ ਨਾਢਾ ਸਾਹਿਬ ਅਸੀਂ ਪੰਚਕੂਲਾ ਗਏ, ਉੱਥੋਂ ਫਿਰ ਤੁਰੇ ਤਾਂ ਫਿਰ ਗੁਰਦੁਆਰਾ ਸਾਹਿਬ ਪਾਤਸ਼ਾਹੀ 9ਵੀਂ ਮੰਜੀ ਸਾਹਿਬ ਕੈਂਥਲ, ਔਰ ਫਿਰ ਗੁਰਦੁਆਰਾ ਨਿੰਮ ਸਾਹਿਬ ਕੈਂਥਲ, ਇੱਕੋ ਹੀ ਪ੍ਰਬੰਧ ਹੈ ਉਹਨਾਂ ਦਾ। ਉਸ ਤੋਂ ਫਿਰ ਅਸੀਂ ਵੱਖ-ਵੱਖ ਥਾਵਾਂ 'ਤੇ ਜਿੱਥੇ ਵੀ ਗਏ, ਗੁਰਦੁਆਰਾ ਮੰਜੀ ਸਾਹਿਬ ਤਰਾਵੜੀ ਉੱਥੇ ਗਏ ਅਸੀਂ, ਤਾਂ ਹਰੇਕ ਨੇ ਐਲਾਨ ਕੀਤਾ। ਕੱਲ੍ਹ ਵੀ ਮੈਂ ਸਾਰਾ ਦਿਨ ਲਗਾਤਾਰ ਰਿਹਾ ਗੁਰਦੁਆਰਾ, ਪਹਿਲਾਂ ਧਮਧਾਨ ਸਾਹਿਬ ਜ਼ਿਲ੍ਹਾ ਜੀਂਦ 'ਚ,
ਫਿਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਅਤੇ ਪਾਤਸ਼ਾਹੀ ਨੌਵੀਂ ਗੁਰਦੁਆਰਾ ਮੰਜੀ ਸਾਹਿਬ ਜੀਂਦ ਸ਼ਹਿਰ ਦੇ ਵਿੱਚ, ਉੱਥੋਂ ਚੱਲੇ ਫਿਰ ਅੰਬਾਲਾ ਆਏ। ਪੰਜਾਬੀ ਗੁਰਦੁਆਰਾ ਸਾਹਿਬ ਆ, ਭਾਵੇਂ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ 'ਚ ਨਹੀਂ, ਪਰ ਉੱਥੇ ਵੀ ਸੰਗਤਾਂ ਨੇ ਸਨਮਾਨ ਕੀਤਾ। ਫਿਰ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 6ਵੀਂ ਅਤੇ 10ਵੀਂ ਅੰਬਾਲਾ, ਉੱਥੇ ਮੈਨੇਜਰ ਸਾਹਿਬਾਨ ਉਹਨਾਂ ਨੇ ਸਨਮਾਨ ਕੀਤਾ। ਔਰ ਫਿਰ ਅਸੀਂ ਗੁਰਦੁਆਰਾ ਪੰਜੋਖਰਾ ਸਾਹਿਬ ਗਏ, 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਦਾ ਸਥਾਨ ਆ, ਤਾਂ ਉੱਥੇ ਉਹਨਾਂ ਨੇ ਸਨਮਾਨ ਕੀਤਾ। ਰਾਤ ਦੇ ਸਮੇਂ ਅਸੀਂ ਉੱਥੇ ਪਹੁੰਚੇ ਸਾਂ। ਹਰੇਕ ਜਗ੍ਹਾ 'ਤੇ ਪੂਰਾ ਪ੍ਰਬੰਧਕਾਂ ਵੱਲੋਂ, ਸੰਗਤਾਂ ਵੱਲੋਂ, ਇਲਾਕੇ ਦੀਆਂ ਸੰਗਤਾਂ ਵੱਲੋਂ, ਆਤਮਧਾਨ ਸਾਹਿਬ ਦੀ ਨਗਰ ਪੰਚਾਇਤ ਦੇ ਵੱਲੋਂ, ਖਾਪ ਪੰਚਾਇਤਾਂ ਵੱਲੋਂ ਵੀ ਸਨਮਾਨ ਹੋਇਆ। 24 ਪਿੰਡਾਂ ਦੀ ਪੰਚਾਇਤ ਜਿਹੜੀ ਖਾਪ ਪੰਚਾਇਤ, ਡਾਕਟਰ ਪ੍ਰੀਤਮ ਉਹਦੇ ਪ੍ਰਧਾਨ ਉਹ ਵੀ ਸੀ ਉੱਥੇ, ਸਰਪੰਚ ਚਾਂਦੀ ਰਾਮ ਉਹ ਵੀ ਉੱਥੇ ਸੀ। ਤਾਂ ਉਹਨਾਂ ਨੇ ਸਾਰਿਆਂ ਨੇ, ਇਲਾਕੇ ਦੀਆਂ ਸੰਗਤਾਂ, ਪਿੱਪਲ ਥੇ ਤੋਂ, ਹੋਰ ਪਿੰਡਾਂ ਤੋਂ ਸੰਗਤਾਂ ਜਿਹੜੀਆਂ ਉੱਥੇ ਆਈਆਂ ਹੋਈਆਂ ਸੀ, ਉਹਨਾਂ ਸਨਮਾਨ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਐਗਜ਼ੈਕਟਿਵ ਮੈਂਬਰ ਵੀ ਰਹੇ ਭਾਈ ਭੁਪਿੰਦਰ ਸਿੰਘ ਸੰਧ, ਉਹਨਾਂ ਨੇ ਸਾਡਾ ਜੀਂਦ ਵਿਖੇ ਸਨਮਾਨ ਕੀਤਾ। ਮੈਨੇਜਰ ਸਾਹਿਬਾਨ ਉੱਥੇ ਭਾਈ ਪਰਮਜੀਤ ਸਿੰਘ, ਇਸੇ ਤਰ੍ਹਾਂ ਭਾਈ ਗੁਰਬਖਸ਼ ਸਿੰਘ, ਭਾਈ ਨਰਿੰਦਰ ਸਿੰਘ ਜਿਹੜੇ ਮੈਨੇਜਰ ਨੇ, ਜਿਹੜਾ ਸਿੱਧਾ ਪ੍ਰਬੰਧ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹਨਾਂ ਨੇ ਮਾਨ ਸਨਮਾਨ ਕੀਤਾ। ਹਰ ਜਗ੍ਹਾ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਤਲਖੀ ਨਹੀਂ, ਕੋਈ ਟਕਰਾਅ ਨਹੀਂ। ਪੂਰੇ ਹਰਿਆਣੇ 'ਚੋਂ ਤੁਸੀਂ ਬਿਆਨ ਪੜ੍ਹਿਆ ਇਸ ਕਮੇਟੀ ਦੇ ਖਿਲਾਫ? ਕੋਈ ਇੱਕ ਵੀ ਬਿਆਨ, ਚਾਹੇ ਉਹ ਬਾਦਲ ਦਲ ਨਾਲ ਵੀ ਰਿਲੇਟਡ ਸਨ, ਉਹਨਾਂ ਨੇ ਵੀ ਖੁਸ਼ੀ ਦੇ ਲੱਡੂ ਵੰਡੇ ਅਤੇ ਸਵਾਗਤ ਕੀਤਾ ਇਸ ਫੈਸਲੇ ਦਾ। ਸੋ ਇਸ ਕਾਰਨ ਕਰਕੇ ਕੋਈ ਟਕਰਾਅ ਵਾਲੀ ਗੱਲ ਨਹੀਂ। ਆਉਣ ਵਾਲੇ 2-4 ਦਿਨਾਂ ਦੇ ਵਿੱਚ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਜਿਹੜੀ ਸੇਵਾ ਸੰਭਾਲ ਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ ਕਰੇਗੀ। ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਤੁਹਾਡਾ ਸਨਮਾਨ ਹੋ ਰਿਹਾ ਹੈ, ਪ੍ਰਬੰਧ ਸੌਂਪਣ ਦੀਆਂ ਗੱਲਾਂ ਹੋ ਰਹੀਆਂ। ਦੂਜੇ ਪਾਸੇ ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਵੱਲੋਂ ਇਹ ਦਾਅਵਾ ਕਰ ਦਿੱਤਾ ਗਿਆ ਕਿ ਹਰਿਆਣਾ ਕਮੇਟੀ ਦਾ ਤਖਤਾ ਪਲਟ ਚੁੱਕਿਆ। ਦਾਦੂਵਾਲ ਸਾਹਿਬ ਜਿਹੜੇ ਪ੍ਰਧਾਨ ਹੈ ਉਹ ਗੈਰ ਕਾਨੂੰਨੀ ਨੇ। ਝਿੰਡਾ ਸਾਹਿਬ ਕਹਿੰਦੇ ਅਸੀਂ ਪ੍ਰਧਾਨ ਆ ਕਾਨੂੰਨੀ ਤਰੀਕੇ ਦੇ ਨਾਲ। ਕੀ ਮਾਮਲਾ ਹੈ ਪੂਰਾ ਹਰਿਆਣਾ ਕਮੇਟੀ ਦੇ ਵਿੱਚ, ਕਿਸ ਤਰ੍ਹਾਂ ਫੁੱਟ ਪੈ ਰਹੀ ਹੈ, ਕੀ ਮਾਮਲਾ ਹੈ? ਦੇਖੋ, ਅਸੀਂ ਬੜੀ ਜਹਿਦ ਕੀਤੀ ਹੈ, ਦਿਨ ਰਾਤ ਇੱਕ ਕਰਕੇ। ਪਿਛਲੇ 2 ਸਾਲਾਂ ਦੇ ਵਿੱਚ ਅਸੀਂ ਇਹ ਲੜਾਈ ਲੜੀ ਸੁਪਰੀਮ ਕੋਰਟ ਦੇ ਵਿੱਚ, ਕਦੇ ਚੰਡੀਗੜ੍ਹ, ਕਦੇ ਦਿੱਲੀ, ਵਕੀਲਾਂ ਨੂੰ ਮਿਲੇ, ਚੰਗੇ ਵਕੀਲ ਲਏ, ਅਫਸਰਾਂ ਨੂੰ ਮਿਲੇ, ਲੀਡਰਾਂ ਨੂੰ ਮਿਲੇ, ਜਿੱਥੇ ਜਿੱਥੇ ਮਿਲਣ ਦੀ ਲੋੜ ਸੀ। ਹਰ ਜਗ੍ਹਾ ਦੇ ਉੱਤੇ ਅਸੀਂ ਹਰਿਆਣਾ ਦੇ ਹੱਕ ਵਿੱਚ ਫੈਸਲਾ ਲੈਣ ਵਾਸਤੇ, ਅੱਜ ਫੈਸਲਾ ਆ ਗਿਆ ਅਤੇ ਕਈਆਂ ਨੇ ਕੁੜਤੀਆਂ ਸਵਾਲੀਆਂ ਨੇ ਕਿ ਪ੍ਰਧਾਨ ਮੈਂ ਬਣਨਾ। ਚਲੋ ਜੀ ਸਦਕੇ ਤਾਂ ਸੰਗਤਾਂ ਨੇ ਬਣਾਉਣਾ ਹੈ, ਸੰਗਤਾਂ ਨੇ ਸੇਵਾ ਬਖਸ਼ਣੀ ਹੈ। ਕੌਣ ਕਰ ਸਕਦਾ, ਕੌਣ ਨਹੀਂ ਕਰ ਸਕਦਾ। ਮੈਂ ਤਾਂ ਪਹਿਲਾਂ ਵੀ ਦਾਅਵੇਦਾਰ ਨਹੀਂ ਸੀਗਾ। ਐਗਜ਼ੈਕਟਿਵ ਮੈਂਬਰ 6 ਸਾਲਾਂ ਤੋਂ ਚੱਲਿਆ ਆ ਰਿਹਾ ਸੀ। ਜਰਨਲ ਹਾਊਸ ਨੇ ਸਰਬਸੰਮਤੀ ਦੇ ਨਾਲ ਮੈਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਸੀ। ਉਸ ਦਿਨ 13 ਜੁਲਾਈ 2020 ਨੂੰ ਮੈਂ ਐਲਾਨ ਕਰ ਦਿੱਤਾ ਸੀਗਾ ਕਿ ਨਹੀਂ, ਇਲੈਕਸ਼ਨ ਹੋਵੇ, ਪ੍ਰਧਾਨ ਜਿੱਤ ਕੇ ਵੋਟਾਂ ਨਾਲ ਆਵੇ ਨੋਮੀਨੇਟਡ ਮੈਂਬਰਾਂ ਦਾ। ਕਿਉਂਕਿ ਜਦੋਂ 2014 'ਚ ਕਮੇਟੀ ਬਣੀ ਸੀ ਤਾਂ ਉਸ ਵੇਲੇ 41 ਮੈਂਬਰੀ ਇੱਕ ਐਡਹਾਕ ਕਮੇਟੀ ਨੋਮੀਨੇਟ ਕੀਤੀ ਗਈ ਸੀਗੀ। ਤੋ ਇਸ ਕਾਰਨ ਕਰਕੇ ਮੈਂ ਜਦੋਂ ਅਨਾਉਂਸ ਕਰਤਾ 13 ਅਗਸਤ 2020 ਦੀ ਇਲੈਕਸ਼ਨ, ਬਕਾਇਦਾ ਉੱਥੇ ਸਰਕਾਰੀ ਆਫੀਸਰ ਆਏ, SDM ਆਏ, ਪੁਲਿਸ ਪ੍ਰਸ਼ਾਸਨ ਆਇਆ, ਮੀਡੀਆ ਸੀ, ਬਕਾਇਦਾ ਮੈਂਬਰਾਂ ਨੇ ਵੋਟਾਂ ਪਾਈਆਂ। ਔਰ ਉੱਥੇ ਤੱਕ ਜਿਹੜਾ ਸੀ ਸਾਰਾ ਤਰੀਕੇ ਨਾਲ, ਪਹਿਲਾਂ ਜਰਨਲ ਹਾਊਸ ਨੇ ਇਲੈਕਸ਼ਨ ਸਰਬਸੰਮਤੀ ਨਾਲ ਬਣਾਇਆ, ਫਿਰ ਇਲੈਕਸ਼ਨ ਦਾ ਐਲਾਨ ਹੋਇਆ, ਫਿਰ ਬਕਾਇਦਾ ਫਾਰਮ ਭਰੇ ਗਏ, ਫਿਰ ਵੋਟਿੰਗ ਹੋਈ, ਫਿਰ ਆ ਕੇ SDM ਸਾਹਿਬ ਨੇ ਉੱਥੇ ਜਿਹੜਾ ਸੀਗਾ ਐਲਾਨ ਕੀਤਾ ਕਿ ਹੁਣ ਵਿਨਰ ਕੌਣ ਆ। ਉਸ ਵੇਲੇ ਜਿਹੜਾ ਸੀਗਾ ਮੈਨੂੰ ਬਹੁਮਤ ਦੇ ਨਾਲ ਜਿਹੜਾ ਸੀਗਾ ਉੱਥੇ ਪ੍ਰਧਾਨ ਜਿਹੜਾ ਸੀਗਾ ਚੁਣਿਆ ਗਿਆ, ਮੁੱਖ ਸੇਵਾਦਾਰ, ਇਲੈਕਟਡ ਪ੍ਰੈਜ਼ੀਡੈਂਟ। ਪਹਿਲਾਂ ਮੈਂ ਕਾਰਜਕਾਰੀ ਪ੍ਰੈਜ਼ੀਡੈਂਟ ਸੀ ਜਰਨਲ ਹਾਊਸ ਦਾ ਸਰਬਸੰਮਤੀ ਨਾਲ, ਔਰ ਫਿਰ ਮੈਂ ਇਲੈਕਟਡ ਪ੍ਰੈਜ਼ੀਡੈਂਟ ਬਣਿਆ। ਬਕਾਇਦਾ ਉੱਥੇ ਸਹੁੰ ਚੱਕੀ, ਬਕਾਇਦਾ ਐਗਜ਼ੈਕਟਿਵ ਬਣੀ, ਬਕਾਇਦਾ ਉਹਨਾਂ ਨੂੰ ਸਹੁੰ ਚੁਕਾਈ ਗਈ। ਇਹ ਸਾਰਾ ਕੁਛ ਹੋਇਆ। ਜਿਹੜੇ ਕੁਝ ਮੈਂਬਰ ਉਸ ਵੇਲੇ ਐਗਜ਼ੈਕਟਿਵ ਬਣਨ ਵੇਲੇ ਸੀ ਉਹ ਬਾਅਦ ਕਹਿਣ ਲੱਗੇ ਜੀ ਇਹ ਤਾਂ ਗੈਰ ਕਾਨੂੰਨੀ ਪ੍ਰਧਾਨ ਨੇ, ਕਿਉਂਕਿ ਉਹਨਾਂ ਨੂੰ ਅਹੁਦਾ ਨਹੀਂ ਮਿਲਿਆ। ਤਾਂ ਹੁਣ ਝਿੰਡਾ ਸਾਹਿਬ ਵੀ ਜਿਹੜੇ ਸੀਗੇ ਉਹ ਵੀ ਆ ਕੇ ਕਹਿੰਦੇ ਸੀ। ਮੈਨੂੰ ਕੋਈ ਕਿਸੇ ਤਰ੍ਹਾਂ ਦਾ ਇਤਰਾਜ਼ ਨਹੀਂ, ਝਿੰਡਾ ਸਾਹਿਬ ਜੀ ਸਦਕੇ ਦਾਅਵੇਦਾਰ ਬਣਨ, ਪਰ ਮੇਰੀ ਉਹਨਾਂ ਨੂੰ ਇਹੀ ਅਪੀਲ ਹੈ ਕਿ ਆਪਣੀ ਕੁੜਤੀ ਨੂੰ ਤੁਸੀਂ ਪ੍ਰੈਸ ਪ੍ਰੂਸ ਕਰਕੇ ਰੱਖੋ। ਕੋਈ ਨਹੀਂ, ਅਸੀਂ ਜਰਨਲ ਹਾਊਸ ਬੁਲਾਵਾਂਗੇ, ਬਕਾਇਦਾ ਇਲੈਕਸ਼ਨ ਹੋਊਗੀ, ਵੋਟਿੰਗ ਹੋਊਗੀ, ਉਦੋਂ ਤੁਸੀਂ ਬਕਾਇਦਾ ਕੈਂਡੀਡੇਟ ਆ ਜਿਓ, ਫਿਰ ਪਤਾ ਲੱਗ ਜਾਊਗਾ ਵੀ ਕਿਸ ਤਰੀਕੇ ਨਾਲ ਕਿਹਨੇ ਸੇਵਾ ਕਰਨੀ, ਕਿਹਨੂੰ ਸੰਗਤਾਂ ਸੇਵਾ ਦਿੰਦੀਆਂ ਨੇ। ਇਹ ਸਾਰਾ ਕੁਛ ਜਿਹੜਾ ਉਹ ਸਾਹਮਣੇ ਆ ਜਾਊਗਾ। ਜਿਹੜੀਆਂ ਗੱਲਾਂ ਸਾਡੇ ਅਧਿਕਾਰ ਖੇਤਰ 'ਚ ਹੀ ਨਹੀਂ, ਅਸੀਂ ਉਹ ਦਾਅਵੇ ਕਰੀਏ ਗੈਰ ਕਾਨੂੰਨੀ ਤਾਂ ਖੁਦ ਝਿੰਡਾ ਸਾਹਿਬ ਨੇ ਕੱਲ੍ਹ ਇੱਕ ਕਮਰੇ 'ਚ ਇਕੱਠ ਕਰਕੇ ਤਾਂ ਉਹਨਾਂ ਨੇ ਕਹਿਤਾ ਜੀ ਇਹ ਜਰਨਲ ਹਾਊਸ ਕਿਤੇ ਇੱਦਾਂ ਥੋੜ੍ਹੀ ਹੁੰਦਾ। ਨਾ ਸਾਡੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਮੁੱਖ ਦਫ਼ਤਰ ਸੀ, ਨਾ ਉਹ ਸਥਾਨ ਸੀ, ਨਾ ਸਕੱਤਰ ਸਾਹਿਬ ਸੀ ਉੱਥੇ, ਨਾ ਕੋਈ ਕਾਰਵਾਈ ਰਜਿਸਟਰ ਸੀਗਾ। ਇਸ ਤਰ੍ਹਾਂ ਥੋੜ੍ਹੀ ਚੌਂਕ ਚੁਰਾਹੇ 'ਚ ਖੜ੍ਹ ਕੇ ਪ੍ਰਧਾਨ ਬਦਲੇ ਨਹੀਂ ਜਾਂਦੇ ਅਤੇ ਨਵੇਂ ਬਣਾਏ ਨਹੀਂ ਜਾਂਦੇ।
10 20 50 MLA ਇਕੱਠੇ ਹੋ ਕੇ ਸੜਕ ਤੇ ਖੜ ਕੇ ਕਹਿ ਦੇਣ ਜਾਂ ਕਿਸੇ ਘਰੇ ਕਮਰੇ 'ਚ ਇਕੱਠ ਕਰਕੇ ਕਿ ਅਸੀਂ ਮੁੱਖ ਮੰਤਰੀ ਬਦਲਤਾ, ਜਾਂ ਕਿਤੇ 100 200 MP ਇਕੱਠਾ ਹੋ ਕੇ ਕਹਦੇ ਅਸੀਂ ਪ੍ਰਾਈਮ ਮਿਨਿਸਟਰ ਬਦਲਤਾ। ਹਰ ਚੀਜ਼ ਦਾ ਪ੍ਰੋਸੀਜਰ ਹੁੰਦਾ। ਇਹ ਕੋਈ ਮਹੰਤਾਂ ਦਾ ਡੇਰਾ ਥੋੜ੍ਹੀ ਆ। ਝੀਂਡਾ ਸਾਹਿਬ ਹੋਣਾ ਨੇ ਤਾਂ ਮਹੰਤਾਂ ਦਾ ਡੇਰਾ ਬਣਾਤੀ ਕਮੇਟੀ। ਗੱਲਾਂ ਉਹ ਕਾਨੂੰਨ ਦੀਆਂ ਕਰਦੇ, ਸੰਵਿਧਾਨ ਦੀਆਂ ਕਰਦੇ ਆ। ਜੇ ਕਾਨੂੰਨ ਸੰਵਿਧਾਨ ਅਨੁਸਾਰ ਚੱਲਦੇ ਤਾਂ ਉਹ ਇਸ ਤਰ੍ਹਾਂ ਦੀ ਗਲਤੀ ਨਾ ਕਰਦੇ। ਮੈਂ ਸਮਝਦਾ ਕਿ ਅੱਜ ਜਿਹੜੇ ਹਾਲਾਤਾਂ 'ਚ ਸਰਦਾਰ ਝੀਂਡਾ ਸਾਹਿਬ ਲੰਘ ਰਹੇ, ਮੈਂ ਉਹਨਾਂ ਦੀ ਰਿਸਪੈਕਟ ਕਰਦਾ, ਸਤਿਕਾਰ ਕਰਦਾ। ਕਈ ਵਾਰੀ ਉਹ ਪਹਿਲਾਂ ਪ੍ਰਧਾਨਗੀ ਲੈਣ ਲਈ ਮੇਰੇ ਕੋਲ ਇੱਥੇ ਆਉਂਦੇ ਰਹੇ ਆ 2 ਵਾਰੀ, ਔਰ ਉਹਨਾਂ ਨੂੰ ਜਿਹੜਾ ਪ੍ਰਧਾਨ ਬਣਾਇਆ ਵੀ ਗਿਆ 2 ਵਾਰੀ ਮੇਰੇ ਕੋਲ ਇੱਥੇ ਆਏ ਸਾਥੀਆਂ ਸਮੇਤ। ਜਦੋਂ ਬਣਾਇਆ ਫਿਰ ਥੈਂਕ ਯੂ ਕਰਨ ਵਾਸਤੇ DMC ਹਸਪੀਟਲ 'ਚੋਂ ਸਿੱਧੇ ਮੇਰੇ ਕੋਲੇ ਦਾਦੂਵਾਲ ਆਏ ਸੀਗੇ ਅਤੇ ਆ ਕੇ ਧੰਨਵਾਦ ਕੀਤਾ ਵੀ ਤੁਸੀਂ ਉੱਥੇ ਮੈਨੂੰ ਫਿਰ ਦੁਬਾਰਾ ਮੇਰਾ ਨਾਂ ਜਿਹੜਾ ਪ੍ਰਧਾਨਗੀ ਵਾਸਤੇ ਦੇ ਦਿੱਤਾ ਅਤੇ ਬਣਾ ਦਿੱਤਾ। ਮੈਨੂੰ ਧੰਨਵਾਦ ਕਰਕੇ ਗਏ ਸੀ ਬਕਾਇਦਾ। ਉਹਨਾਂ ਦਾ ਪਰਿਵਾਰ ਵੀ ਸਗੋਂ ਲੜਿਆ ਸੀਗਾ ਵੀ ਹਸਪੀਟਲ 'ਚੋਂ ਸਿੱਧੇ ਘਰ ਜਾਓ, ਪਰ ਕਹਿੰਦੇ ਨਹੀਂ ਨਹੀਂ ਮੈਂ ਤਾਂ ਘਰ ਨਹੀਂ ਜਾਣਾ। ਤੁਸੀਂ ਵੀ ਉਦੋਂ ਮੀਡੀਆ ਇੱਥੇ ਸੀ, ਤੁਸੀਂ ਖਬਰਾਂ ਜਿਹੜੀਆਂ ਪ੍ਰਕਾਸ਼ਿਤ ਕੀਤੀਆਂ, ਲਾਈਵ ਕੀਤਾ, ਕਿ ਉਹ ਕਹਿੰਦੇ ਨਹੀਂ DMC 'ਚੋਂ ਸਿੱਧੇ ਮੈਂ ਤਾਂ ਦਾਦੂਵਾਲ ਸਾਹਿਬ ਕੋਲੇ ਜਾਣਾ ਉਹਨਾਂ ਦਾ ਧੰਨਵਾਦ ਕਰਨ। ਪਤਾ ਨਹੀਂ ਅੱਜ ਸਰਦਾਰ ਝੀਂਡਾ ਸਾਹਿਬ ਨੂੰ ਕੀ ਹੋ ਗਿਆ। ਹਾਲਾਤ ਸ਼ਾਇਦ ਉਮਰ ਦਾ ਤਕਾਜ਼ਾ ਵੀ ਹੋ ਸਕਦਾ, ਪਰ ਅੱਜ ਦੇ ਹਾਲਾਤਾਂ ਅਨੁਸਾਰ ਮੈਂ ਤਾਂ ਇਹੀ ਅਪੀਲ ਸਤਿਕਾਰ ਸ਼ਾਇਦ ਨਿਮਰਤਾ ਨਾਲ ਉਹਨਾਂ ਨੂੰ ਕਰਨਾ ਚਾਹੁੰਦਾ ਕਿ ਇਹੋ ਜਿਹੇ ਹਾਲਾਤ ਦੇਖ ਕੇ ਐਂ ਲੱਗਦਾ ਵੀ ਜੈਸੇ ਆਪਣਾ ਝੀਂਡਾ ਸਾਹਿਬ ਨੂੰ ਪ੍ਰਧਾਨਗੀ ਦੀ ਨਹੀਂ ਡਾਕਟਰ ਦੀ ਲੋੜ ਆ, ਵੀ ਉਹਨਾਂ ਨੂੰ ਇਲਾਜ ਦੀ ਲੋੜ ਆ, ਕਿ ਉਹ ਡਾਕਟਰੀ ਸਹਾਇਤਾ ਲੈਣ। ਵੀ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਉਹ ਕਿਉਂ ਕਰ ਰਹੇ ਆ, ਵੀ ਇਸ ਤਰ੍ਹਾਂ ਅਪਸੈਟ ਵਾਲੀਆਂ ਗੱਲਾਂ ਨੇ। ਕਾਨੂੰਨ ਦਾ ਮਜ਼ਾਕ ਉਡਾਉਣਾ। ਫਿਰ ਆਪਣਾ ਨਾ ਕੋਈ ਜਰਨਲ ਹਾਊਸ ਵਾਸਤੇ ਉਹਨਾਂ ਨੋਟਿਸ ਦਿੱਤਾ, ਨਾ ਸਕੱਤਰ ਸਾਹਿਬ ਕੋਲੇ ਕੋਈ ਨੋਟਿਸ ਆਇਆ, ਨਾ ਕੋਈ ਐਗਜ਼ੈਕਟਿਵ ਦੇ ਵਿੱਚ ਜਰਨਲ ਹਾਊਸ ਸੱਦਿਆ ਗਿਆ, ਨਾ ਕੋਈ ਉਹਦੇ 'ਚ ਮਤਲਬ ਗੱਲਾਂ ਬਾਤਾਂ ਜਿਹੜੀਆਂ ਬੇਭਰੋਸਗੀ ਦਾ ਮਤਾ। ਇਹ ਤਾਂ ਵਿਧਾਨ ਸਭਾ 'ਚ MLAਆਂ ਦਾ ਹੁੰਦਾ, ਪਾਰਲੀਮੈਂਟ 'ਚ MPਆਂ ਦਾ ਹੁੰਦਾ। ਇਸੇ ਤਰ੍ਹਾਂ ਸਾਡੇ ਮੈਂਬਰਾਂ ਦਾ ਬੇਭਰੋਸਗੀ ਦਾ ਮਤਾ ਜਰਨਲ ਹਾਊਸ 'ਚ ਹੁੰਦਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ, ਪਤਾ ਨਹੀਂ ਉਹਨਾਂ ਪਿੱਛੇ ਕੀ ਸਾਜ਼ਿਸ਼ ਆ, ਰੱਬ ਜਾਣਦਾ, ਉਹੀ ਦੱਸ ਸਕਦੇ ਆ। ਪਰ ਮੈਂ ਅਪੀਲ ਕਰਨੀ ਚਾਹੁੰਦਾ ਵੀ ਇੰਨੇ ਤੱਤੇ ਨਾ ਵਗੋ, ਇੰਨੇ ਕਾਲੇ ਨਾ ਵਗੋ। ਕੋਈ ਨਹੀਂ, ਜੇ ਤੁਹਾਨੂੰ ਸੇਵਾ ਦੇਣੀ ਹੋਈ ਜਰਨਲ ਹਾਊਸ ਨੇ ਤਾਂ ਉਡੀਕ ਤਾਂ ਕਰੋ, ਮਰਿਆਦਾ ਪ੍ਰੋਸੀਜਰ ਤਾਂ ਫਾਲੋ ਕਰੋ। ਪ੍ਰੋਸੀਜਰ ਹੋਊਗਾ, ਮਰਿਆਦਾ ਹੋਊਗੀ, ਉਸ ਅਨੁਸਾਰ ਇਹ ਸਾਰਾ ਕੁਛ। ਦੂਸਰੀ ਗੱਲ ਇਹ ਵੀ ਹੈ ਕਿ ਹਰਿਆਣਾ ਸਰਕਾਰ ਦੇ ਵੀ ਅਧਿਕਾਰ ਖੇਤਰ 'ਚ ਇਹਦੇ ਕੁਝ 8 ਸਾਲ ਪਹਿਲਾਂ ਜਦੋਂ ਕਮੇਟੀ ਬਣਾਈ ਸੀ ਤਾਂ ਉਦੋਂ ਇਹ 18 ਮਹੀਨਿਆਂ ਵਾਸਤੇ ਐਡਹੌਕ ਕਮੇਟੀ ਬਣਾਈ ਸੀ ਵੀ ਇਹ ਕਮੇਟੀ ਉਹਨਾਂ ਚਿਰ ਪ੍ਰਬੰਧ ਕਰੇਗੀ, ਵੋਟਾਂ ਬਣਾਏਗੀ ਔਰ ਵਾਰਡਬੰਦੀ ਕਰੇਗੀ। 18 ਮਹੀਨੇ ਤਾਂ ਕਦੋਂ ਦੇ ਲੰਘ ਗਏ। ਮਾਮਲਾ ਸੁਪਰੀਮ ਕੋਰਟ ਚਲਾ ਗਿਆ ਤਾਂ ਉਸ ਵੇਲੇ ਕੀ ਹੋਇਆ ਕਿ ਜਿਹੜੇ ਆਪਣਾ ਸਰਕਾਰ ਸੀ ਹਰਿਆਣਾ, ਉਹਨਾਂ ਨੇ ਇਸ ਕਮੇਟੀ ਨੂੰ ਨਾ ਤਾਂ ਵੈਲਿਡਿਟੀ ਦਿੱਤੀ ਅਤੇ ਨਾ ਹੀ ਇਹਨੂੰ ਖਤਮ ਕੀਤਾ। ਉਹਨਾਂ ਨੇ ਧਿਆਨ ਹੀ ਨਹੀਂ ਦਿੱਤਾ। ਬਾਅਦ ਵਿੱਚ ਕੀ ਹੋਇਆ ਕਿ ਕੁਝ ਮੈਂਬਰ ਅਸੀਂ ਬਰਖਾਸਤ ਕੀਤੇ ਸਨ, ਉਹਨਾਂ ਨੂੰ ਜਗ੍ਹਾ ਨਵੇਂ ਮੈਂਬਰ ਜਿਹੜੇ ਸੀ ਉਹ ਹਰਿਆਣਾ ਸਰਕਾਰ ਵੱਲੋਂ ਨੋਮੀਨੇਟ ਕੀਤੇ ਗਏ। 10 ਮੈਂਬਰ ਬਕਾਇਦਾ, ਜਿਨ੍ਹਾਂ ਨੂੰ ਸਹੁੰ ਵੀ ਚੁਕਾਈ ਗਈ। ਉਹਨਾਂ 'ਚੋਂ 5 ਮੈਂਬਰ ਜਿਹੜੇ ਸੀਗੇ ਉਹ ਮਾਨਯੋਗ ਹਾਈ ਕੋਰਟ 'ਚ ਗਏ। ਉਹਨਾਂ ਨੇ ਕਿਹਾ ਕਿ ਸਾਨੂੰ ਗਲਤ ਤਰੀਕੇ ਨਾਲ ਕੱਢਿਆ ਗਿਆ, ਸਰਕਾਰ ਨੇ ਨਵੇਂ ਮੈਂਬਰ ਗਲਤ ਨੋਮੀਨੇਟ ਕੀਤੇ ਆ। ਤਾਂ ਆਪਣਾ ਮਾਨਯੋਗ ਹਾਈ ਕੋਰਟ ਨੇ ਉਹਨਾਂ ਨੂੰ ਕੋਈ ਸਟੇ ਨਹੀਂ ਦਿੱਤਾ। ਉਹਨਾਂ ਨੂੰ ਜਿਹੜਾ ਸੀਗਾ ਸਾਨੂੰ ਵੀ ਨੋਟਿਸ ਕੱਢਿਆ, ਸਾਨੂੰ ਪਾਰਟੀ ਬਣਾਇਆ ਅਤੇ ਹਰਿਆਣਾ ਸਰਕਾਰ ਨੂੰ ਵੀ ਬਣਾਇਆ। ਭਾਈ ਇਹਨਾਂ ਦੀ ਇੱਥੇ ਐਪਲੀਕੇਸ਼ਨ ਅਪੀਲ ਆ, ਇਹਦੇ 'ਤੇ ਜਵਾਬ ਦਿਓ। ਇਹਨਾਂ ਨੇ ਇੱਥੇ ਆ ਕੇ ਇਹ ਸ਼ਿਕਾਇਤ ਕੀਤੀ ਆ। ਉਹਨਾਂ ਨੂੰ ਕੋਈ ਸਟੇ ਨਹੀਂ ਦਿੱਤਾ। ਉਹ ਕਹਿੰਦੇ ਜੀ ਇਹਨਾਂ ਨੇ ਜਰਨਲ ਹਾਊਸ ਸੱਦਿਆ। ਜਿਹੜੇ ਅੱਜ ਕਹਿੰਦੇ ਆ ਨਾ ਦਾਦੂਵਾਲ ਨੇ ਕਦੇ ਜਰਨਲ ਹਾਊਸ ਨਹੀਂ ਸੱਦਿਆ, ਅਸੀਂ 1 ਅਗਸਤ 2021 ਦਾ ਜਰਨਲ ਹਾਊਸ ਸੱਦਿਆ ਸੀਗਾ। ਇਹ ਉਹਦੇ ਖਿਲਾਫ ਹਾਈ ਕੋਰਟ 'ਚ ਕਹਿੰਦੇ ਜੀ ਇਹ ਉਹਨਾਂ ਚਿਰ ਜਰਨਲ ਹਾਊਸ ਨਾ ਸੱਦਣ ਜਿੰਨਾ ਚਿਰ ਇਹ ਫੈਸਲਾ ਨਹੀਂ ਹੋ ਜਾਂਦਾ ਕਿ ਜਰਨਲ ਹਾਊਸ 'ਚ ਪੁਰਾਣੇ ਮੈਂਬਰ ਬੈਠਣਗੇ ਜਿਨ੍ਹਾਂ ਨੂੰ ਇਹਨਾਂ ਨੇ ਖਾਰਜ ਕੀਤਾ, ਕਿ ਜਿਹੜੇ ਨਵੇਂ ਨੋਮੀਨੇਟ ਕੀਤੇ ਆ ਉਹ ਬੈਠਣਗੇ, ਉਹਨਾਂ ਚਿਰ ਜਰਨਲ ਹਾਊਸ ਨਾ ਹੋਵੇ। ਤਾਂ ਫਿਰ ਜੱਜ ਸਾਹਿਬ ਨੇ ਸਾਡੇ ਵਕੀਲਾਂ ਨੂੰ ਕਿਹਾ ਕਿ ਭਾਈ ਕਮਿਟ ਕਰੋ, ਨਹੀਂ ਤਾਂ ਮੈਂ ਸਟੇ ਵੀ ਕਰ ਸਕਦਾ, ਪਰ ਤੁਸੀਂ ਇੱਥੇ ਕਮਿਟ ਕਰੋ ਕਿ ਜਿੰਨਾ ਚਿਰ ਇਹ ਕੇਸ ਦਾ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਜਰਨਲ ਹਾਊਸ ਨਾ ਸੱਦਿਆ ਜਾਵੇ, ਐਗਜ਼ੈਕਟਿਵ ਕਮੇਟੀ ਹੀ ਉਹਨਾਂ ਚਿਰ ਪ੍ਰਬੰਧ ਚਲਾਵੇ। ਅਤੇ ਅਸੀਂ ਐਗਜ਼ੈਕਟਿਵ ਕਮੇਟੀ 'ਚ ਬਕਾਇਦਾ ਜਿਹੜਾ ਸਾਡਾ ਬਜਟ ਸੀ ਉਹ ਆਡਿਟ ਵੀ ਹੁੰਦਾ ਰਿਹਾ, ਪਾਸ ਵੀ ਹੁੰਦਾ ਰਿਹਾ। ਜਰਨਲ ਹਾਊਸ ਅਸੀਂ ਸੱਦ ਨਹੀਂ ਸਕਦੇ ਕਿਉਂਕਿ ਹਾਈ ਕੋਰਟ ਨੇ ਪਾਬੰਦੀ ਲਾ ਦਿੱਤੀ ਸੀਗੀ। ਅਤੇ ਇਸ ਕਾਰਨ ਕਰਕੇ ਜਿਹਦੇ 'ਤੇ ਮਾਣਯੋਗ ਹਾਈ ਕੋਰਟ ਦੀ ਪਾਬੰਦੀ ਆ, ਜਰਨਲ ਹਾਊਸ ਦਾ ਲਫ਼ਜ਼ ਹੀ ਨਹੀਂ ਵਰਤਿਆ ਜਾ ਸਕਦਾ ਜਿਸ ਤਰ੍ਹਾਂ ਸਰਦਾਰ ਝੀਂਡਾ ਸਾਹਿਬ ਵਰਤ ਰਹੇ। ਸਾਡਾ ਜਰਨਲ ਹਾਊਸ ਹੋ ਗਿਆ। ਇਸ ਤਰ੍ਹਾਂ ਬਹਿ ਕੇ ਇੱਕ ਗਰੁੱਪ ਦਾ ਪ੍ਰਧਾਨ ਤਾਂ ਬਣ ਸਕਦਾ, ਗਰੁੱਪ ਆਗੂ ਤਾਂ ਕੋਈ ਵੀ ਇਕੱਠੇ ਹੋ ਕੇ 10 20 50 ਬੰਦੇ ਜਾਂ ਕਿਸ ਸੰਸਥਾ ਦੇ ਮੈਂਬਰ ਬਣਾ ਸਕਦੇ ਆ। ਪਰ ਜਿਹੜੀ ਗੱਲ ਕਾਨੂੰਨੀ ਪ੍ਰਕਿਰਿਆ ਵਾ,
ਪ੍ਰੋਸੀਜਰ ਆ ਉਹਨੂੰ ਕਾਨੂੰਨੀ ਤਰੀਕੇ ਦੇ ਨਾਲ ਹੀ ਕੀਤਾ ਜਾਂਦਾ। ਇਹ ਹੁਣ ਹਰਿਆਣਾ ਸਰਕਾਰ ਦੇ ਅਧਿਕਾਰ ਖੇਤਰ 'ਚ ਆ ਕਿ ਉਸੇ ਜਿਹੜੀ ਕਮੇਟੀ ਆ ਉਹਨੇ ਅੱਗੇ ਕੰਟੀਨਿਊ ਚੱਲਣਾ ਜਿਹੜੀ ਲਗਾਤਾਰ, ਕਿਉਂਕਿ ਹੁਣ ਨਵੇਂ ਹਾਲਾਤ ਆ, ਨਵੀਂ ਸਿਚੁਏਸ਼ਨ ਆ। ਕਮੇਟੀ ਦਾ ਫੈਸਲਾ ਆਇਆ ਵਾ, ਇਹ 8 ਸਾਲ ਪੁਰਾਣੀ ਆ, ਇਹਦੇ 'ਚੋਂ ਕਈ ਬਰਖਾਸਤ ਹੋਏ ਆ, ਕਈ ਚਲਾਣਾ ਕਰ ਗਏ ਆ, ਕਈ SGPC 'ਚ ਚਲੇ ਗਏ ਸੀਗੇ, ਕਈ ਕਦੇ ਕਾਰਵਾਈ ਦਾ ਹਿੱਸਾ ਹੀ ਨਹੀਂ ਰਹੇ। ਸੋ ਨਵੇਂ ਹਾਲਾਤਾਂ 'ਚ ਇਸ ਵੇਲੇ ਵੀ ਕਈ ਜਿਹੜੇ ਆ ਉਹ ਸਰੀਰਕ ਪੱਖੋਂ ਇਸੇ ਹਾਲਾਤ 'ਚ ਨਹੀਂ ਆ ਕਿ ਉਹ ਆ ਕੇ ਜਿਹੜਾ ਹੈ ਆਪਣਾ ਕੋਈ ਕਾਰਵਾਈ ਕਰ ਸਕਣ, ਕਿਉਂਕਿ ਜਿਹੜੇ ਮੈਂਬਰਾਂ 'ਤੇ ਤਾਂ ਵੱਡੀ ਜ਼ਿੰਮੇਵਾਰੀ ਆ। ਉਹਨਾਂ ਨੇ ਨਾਲ ਰਲ ਕੇ ਹੁਣ ਸਰਕਾਰ ਦੇ ਵੋਟਾਂ ਬਣਾਉਣੀਆਂ, ਵਾਰਡਬੰਦੀ ਕਰਾਉਣੀ ਆ। ਸਾਡੇ 1-2 ਮੈਂਬਰ ਜਿਹੜੇ ਉਹ ਵੀਲ ਚੇਅਰ 'ਤੇ ਵੀ ਆ। ਸੋ ਇਸ ਕਾਰਨ ਕਰਕੇ ਨਵੇਂ ਹਾਲਾਤਾਂ 'ਚ ਸਰਕਾਰ ਦੇ ਅਧਿਕਾਰ ਖੇਤਰ 'ਚ ਆ ਕਿ ਉਹਨਾਂ ਨੇ ਇਸ ਕਮੇਟੀ ਨੂੰ ਕੰਟੀਨਿਊ ਕਰਨਾ ਕਿ ਜਾਂ ਉਹਨਾਂ ਨੇ ਨਵੀਂ ਕਮੇਟੀ ਜਿਹੜੀ ਨੋਮੀਨੇਟ ਕਰਨੀ ਆ ਜਾਂ ਕੁਛ ਰਿਪਲੇਸ ਕਰਨੇ ਆ ਜਿਹੜੇ ਕਾਰਵਾਈ ਦਾ ਹਿੱਸਾ ਨਹੀਂ ਰਹੇ ਜਾਂ ਜਿਹੜੇ ਚੜ੍ਹਾਈ ਕਰ ਗਏ ਆ। ਇਹ ਸਾਰੇ ਹਾਲਾਤ ਜਿਹੜੇ ਹਰਿਆਣਾ ਸਰਕਾਰ, ਕਿਉਂਕਿ ਐਡਹੌਕ ਕਮੇਟੀ ਆ, ਇਹ ਕੋਈ ਜਿੱਤ ਕੇ ਆਏ ਹੋਏ ਮੈਂਬਰ ਨਹੀਂ ਆ ਵੀ ਵੋਟਾਂ ਨਾਲ ਜਿੱਤ ਕੇ ਆਏ ਆ, ਇਹ ਐਡਹੌਕ ਕਮੇਟੀ ਆ ਅਤੇ ਇਸ ਕਰਕੇ ਸਰਕਾਰ ਦੇ ਅਧਿਕਾਰ ਖੇਤਰ 'ਚ ਇਹ ਹਰਿਆਣਾ ਸਰਕਾਰ ਨੇ ਦੇਖਣਾ। ਸੋ ਇਸ ਕਾਰਨ ਕਰਕੇ ਜਿਹੜੀ ਸਾਡੇ ਹੱਥ ਵੱਸ ਹੀ ਨਹੀਂ ਗੱਲ, ਸਰਦਾਰ ਝੀਂਡਾ ਸਾਹਿਬ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਔਰ ਉਹਨਾਂ ਦੀ ਜਿਹੜੀ ਆ ਲਹਿਜਾ ਬੋਲਣ ਦਾ ਉਹਦੇ 'ਚ ਵੀ ਬਦਤਮੀਜੀ ਸ਼ਾਮਲ ਹੋ ਜਾਵੇ ਤਾਂ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਆ। ਸਰਦਾਰ ਝੀਂਡਾ ਸਾਹਿਬ ਦੀ ਉਮਰ ਕਰਕੇ ਮੈਂ ਸਤਿਕਾਰ ਕਰਦਾ, ਉਹਨਾਂ ਨੂੰ ਇਹੋ ਜਿਹੀਆਂ ਜਿਹੜੀਆਂ ਗੈਰ ਕਾਨੂੰਨੀ ਗੱਲਾਂ ਜਿਹੜੀਆਂ ਨੇ ਜਾਂ ਅਪਸ਼ਬਦ ਜਿਹੜੇ ਇਸ ਤਰ੍ਹਾਂ ਦੇ ਨਹੀਂ ਵਰਤਣੇ ਚਾਹੀਦੇ। ਔਰ ਸਾਨੂੰ ਸੰਵਿਧਾਨ ਦਾ, ਸਾਡੇ ਗੁਰਦੁਆਰਾ ਐਕਟ 2014 ਦਾ ਪੂਰਾ ਸਨਮਾਨ ਕਰਕੇ ਕਾਨੂੰਨੀ ਪ੍ਰਕਿਰਿਆ 'ਚੋਂ ਲੰਘਣਾ ਚਾਹੀਦਾ। ਜਿਹੜੀ ਕਾਨੂੰਨੀ ਪ੍ਰਕਿਰਿਆ ਬਕਾਇਦਾ ਅੱਜ ਸਾਡੇ ਸਕੱਤਰ ਸਾਹਿਬ ਕੋਲੇ ਵੀ ਮੀਡੀਆ ਗਿਆ ਸੀਗਾ ਮੁੱਖ ਦਫ਼ਤਰ 'ਚ, ਤਾਂ ਉਹਨਾਂ ਨੇ ਬਕਾਇਦਾ ਐਕਟ ਮੂਹਰੇ ਰੱਖ ਕੇ ਐਕਟ ਦੀਆਂ ਧਾਰਾਵਾਂ ਦੇ ਅਨੁਸਾਰ ਸਾਡਾ ਜਿਹੜਾ ਪ੍ਰੋਸੀਜਰ ਸੀਗਾ ਉਹ ਮੀਡੀਆ ਦੇ ਸਾਹਮਣੇ ਰੱਖ ਦਿੱਤਾ। ਉਸ ਅਨੁਸਾਰ ਤਾਂ ਇਹ ਗੱਲਾਂ ਕਿਤੇ ਵੀ ਨਹੀਂ ਟਿਕਦੀਆਂ ਅਤੇ ਐਵੇਂ ਇੱਕ ਹਾਸੋਹੀਣੀ ਸਥਿਤੀ, ਇੱਕ ਮਜ਼ਾਕ ਬਣਾਇਆ ਜਾ ਰਿਹਾ ਜਿਹੜਾ ਕਿ ਹਰਿਆਣੇ ਦੀਆਂ ਸੰਗਤਾਂ ਵਿੱਚ ਇਸ ਗੱਲ ਦਾ ਬਹੁਤ ਗੁੱਸਾ ਵਾ ਕਿ ਸਰਦਾਰ ਝੀਂਡਾ ਸਾਹਿਬ ਹਰਿਆਣਾ ਕਮੇਟੀ ਦਾ ਮਜ਼ਾਕ ਕਿਉਂ ਬਣਾ ਰਹੇ ਨੇ। ਮੈਨੂੰ ਬਹੁਤ ਸਾਰੇ ਫੋਨ ਆਏ ਆ, ਕਹਿੰਦੇ ਕਿ ਇਹੋ ਜਿਹੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਾਸੇ ਦਾ ਕਿ ਇਹ ਗੁਰਦੁਆਰਿਆਂ ਦਾ ਪ੍ਰਬੰਧ ਚਲਾ ਪਾਉਣਗੇ। ਕਰੋੜਾਂ ਦਾ ਬਜਟ ਹੈ, ਗੁਰਦੁਆਰਿਆਂ ਦੀ ਸੇਵਾ ਸੰਭਾਲ, ਧਰਮ ਪ੍ਰਚਾਰ ਇਹ ਚਲਾ ਪਾਉਣਗੇ। ਪਰ ਮੈਨੂੰ ਖੁਸ਼ੀ ਹੋਈ ਹੈ ਕਿ ਅੱਜ ਪ੍ਰਧਾਨਗੀ ਦੇ ਨਾਂ 'ਤੇ ਸਰਦਾਰ ਝੀਂਡਾ ਸਾਹਿਬ ਦੀਆਂ ਮੈਂ ਅੱਜ ਦੀਆਂ ਫੋਟੋਆਂ ਦੇਖੀਆਂ ਕਿ ਉਹਨਾਂ ਨੇ ਅੱਜ ਕੱਲ੍ਹ ਤਾਂ ਗਾਤਰਾ ਕਿਤੇ ਵੀ ਨਹੀਂ ਸੀ ਉਹਨਾਂ ਦੇ, ਪਰ ਅੱਜ ਉਹਨਾਂ ਨੇ ਉੱਤੋਂ ਦੀ ਪਾਇਆ ਸੀਗਾ। ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਅੱਜ ਉਹ ਮਾਨਯੋਗ CM ਸਾਹਿਬ ਦੇ ਕੋਲ ਗਏ ਹੋਏ ਸੀਗੇ ਪਾਣੀਪਤ, ਤਾਂ ਅੱਜ ਉਹਨਾਂ ਦੇ ਗਾਤਰਾ ਕਿਰਪਾਨ ਉੱਤੋਂ ਦੀ ਸੀਗਾ। ਵੀ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ 'ਚ ਕਈ ਮੈਂਬਰ ਰਾਤ ਨੂੰ ਅੰਮ੍ਰਿਤ ਛਕਦੇ ਆ, ਸਵੇਰੇ ਮੈਂਬਰੀ ਦਾ ਦਾਅਵਾ ਦੇਣ ਲਈ ਉਹਨਾਂ ਨੂੰ ਪਾਰਟੀ ਭੇਜਦੀ ਆ ਵੀ ਜਾਓ ਤਖਤ ਦਮਦਮਾ ਸਾਹਿਬ, ਜਾਓ ਅਕਾਲ ਤਖਤ ਜਾਂ ਜਾਓ ਕੇਸਗੜ੍ਹ ਸਾਹਿਬ ਤਖਤ 'ਤੇ ਜਿਹੜਾ ਨੇੜੇ ਆ ਉੱਥੇ ਅੰਮ੍ਰਿਤ ਛਕ ਕੇ ਆਓ ਭਾਈ, ਤੁਹਾਨੂੰ ਟਿਕਟ ਦੇਣੀ ਆ। ਅਤੇ ਇਸੇ ਤਰ੍ਹਾਂ ਸਰਦਾਰ ਝੀਂਡਾ ਸਾਹਿਬ ਹੁਣ ਜਿਹੜਾ ਹੈਗਾ ਉਹ ਗਾਤਰਾ ਉੱਤੋਂ ਦੀ ਪਾ ਕੇ ਅੱਜ ਗਏ। ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਵੀ ਚਲੋ ਉਹਨਾਂ ਨੇ ਪ੍ਰਧਾਨਗੀ ਦੇ ਨਾਂ 'ਤੇ ਕਕਾਰ ਤਾਂ ਪਾ ਲਏ ਜਾਂ ਗਾਤਰਾ ਤਾਂ ਉੱਤੋਂ ਦੀ ਪਾ ਲਿਆ ਝੀਂਡਾ ਸਾਹਿਬ ਨੇ ਅੱਜ। ਤੁਸੀਂ ਗੱਲ ਕੀਤੀ ਹੈ ਕਿ ਝੀਂਡਾ ਸਾਹਿਬ ਉੱਪਰ ਦੀ ਗਾਤਰਾ ਪਾ ਕੇ CM ਨੂੰ ਮਿਲੇ। ਉਹਨਾਂ ਨੇ ਨਾਲ ਹੀ ਇਹ ਵੀ ਦਾਅਵਾ ਕੀਤਾ ਹੈ ਕਿ 33 ਮੈਂਬਰ 40 ਦੇ ਵਿੱਚੋਂ 33 ਮੈਂਬਰ ਝੀਂਡਾ ਸਾਹਿਬ ਕਹਿੰਦੇ ਸਾਡੇ ਨਾਲ ਸਹਿਮਤ ਨੇ। ਤੁਸੀਂ ਮੈਂਬਰਾਂ ਦੇ ਨਾਲ ਸੰਪਰਕ ਦੇ ਵਿੱਚ ਰਹਿੰਦੇ ਹੋਵੋਗੇ ਪ੍ਰਧਾਨ ਹੋਣ ਨਾਤੇ, ਕੀ ਲੱਗਦਾ ਹੈ 7 ਮੈਂਬਰ ਹੀ ਨੇ ਤੁਹਾਡੇ ਨਾਲ, 33 ਮੈਂਬਰ ਉਹਨਾਂ ਨਾਲ ਚਲੇ ਗਏ? ਦੇਖੋ ਨਾ, ਇੱਕ ਤਾਂ ਉਹ ਮੈਂਬਰਾਂ ਉਹਨਾਂ ਦੀ ਗਿਣਤੀ ਕਰੀ ਜਾਂਦੇ ਆ ਜਿਹੜੇ ਖਾਰਜ। ਕੱਲ੍ਹ ਜਿਹੜੇ ਮੈਂਬਰ ਇਕੱਠੇ ਹੋਏ ਸੀਗੇ 21 ਮੈਂਬਰਾਂ ਦੀ ਤਸਵੀਰ ਆ ਜਿਹੜੀ ਮੀਡੀਆ 'ਚ ਛਪੀ ਆ। 21 ਮੈਂਬਰ ਨੇ, ਉਹਨਾਂ 'ਚੋਂ 5 ਮੈਂਬਰ ਉਹ ਨੇ ਜਿਹੜੇ ਬਰਖਾਸਤ ਕੀਤੇ ਹੋਏ ਆ, ਜਿਨ੍ਹਾਂ ਦੀ ਜਗ੍ਹਾ ਹਰਿਆਣਾ ਸਰਕਾਰ ਨੇ ਨਵੇਂ ਮੈਂਬਰ ਨੋਮੀਨੇਟ ਕੀਤੇ ਹੋਏ ਆ। ਅਤੇ ਫਿਰ ਪਿੱਛੇ ਕਿੰਨੇ ਰਹਿ ਗਏ? 16। ਅਤੇ 16 ਮੈਂਬਰਾਂ ਨੂੰ ਤਾਂ ਕੋਈ ਹੱਕ ਹੀ ਨਹੀਂ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰਨ। ਬਾਕੀ ਮਰਿਆਦਾ ਕਾਨੂੰਨੀ ਹੈ ਕਿ ਉਹ ਨੋਟਿਸ ਦੇਣ, ਲਿਖਤੀ ਮੰਗ ਕਰਨ ਸਕੱਤਰ ਕੋਲੇ। ਸਕੱਤਰ ਦਾ ਐਗਜ਼ੈਕਟਿਵ ਦੀ ਮੀਟਿੰਗ, ਐਗਜ਼ੈਕਟਿਵ ਜਿਹੜੀ ਆ ਉਹ ਫੈਸਲਾ ਲਏ ਜਰਨਲ ਹਾਊਸ, ਪ੍ਰਧਾਨ ਦੀ ਪ੍ਰਧਾਨਗੀ 'ਚ ਐਗਜ਼ੈਕਟਿਵ ਹੋਊਗੀ। ਇਹ ਪ੍ਰੋਸੀਜਰ ਆ, ਫਿਰ ਜਾ ਕੇ ਸਾਰੀਆਂ ਗੱਲਾਂ ਹੋਣਗੀਆਂ। ਦੂਸਰਾ, ਉਹਨਾਂ ਨੇ ਕਈ ਮੈਂਬਰਾਂ ਨੇ ਮੈਨੂੰ ਫੋਨ ਆ ਗਏ, ਉਹ ਕਹਿੰਦੇ ਜੀ ਸਾਡਾ ਨਾਂ ਐਵੇਂ ਹੀ ਵਰਤ ਲਿਆ ਇਹਨਾਂ ਨੇ, ਸਾਡੇ ਸਾਈਨ ਐਵੇਂ ਵਰਤ ਲਏ, ਜਾਲੀ ਸਾਈਨ। ਮੈਨੂੰ 2 ਮੈਂਬਰਾਂ ਦੇ ਤਾਂ ਫੋਨ ਆਏ, ਉਹਨਾਂ ਨੇ ਕਿਹਾ ਵੀ ਮੇਰੇ ਤਾਂ ਸਾਈਨ ਹੀ ਨਹੀਂ ਹੈ, ਜਾਲੀ ਸਾਈਨ ਹੈ। ਔਰ ਦੋਵਾਂ ਨੇ ਕਿਹਾ ਸਾਨੂੰ ਤਾਂ ਐਵੇਂ ਕਹੀ ਜਾਂਦੇ ਵੀ ਅਸੀਂ ਵੀਡੀਓ 'ਤੇ ਸਾਨੂੰ ਸਹਿਮਤੀ ਮਿਲੀ ਆ, ਜਦੋਂ ਕਿ ਸਾਡੀ ਤਾਂ ਕੋਈ ਸਹਿਮਤੀ ਨਹੀਂ ਹੈ। ਸੋ ਇਸ ਤਰੀਕੇ ਨਾਲ ਇਹ ਸਾਰਾ ਕੁਛ ਜਾਲੀਪੁਣਾ ਵਾ। ਹੁਣ ਉਹ ਪਤਾ ਲੱਗ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਅੱਗੇ ਉਹ ਜਰਨਲ ਹਾਊਸ ਦੀਆਂ ਗੱਲਾਂ ਕਰ ਰਹੇ ਆ। ਪ੍ਰਧਾਨ ਤੋਂ ਬਿਨਾਂ, ਸਕੱਤਰ ਤੋਂ ਬਿਨਾਂ, ਲਿਖਤੀ ਕਾਰਵਾਈ ਤੋਂ ਬਿਨਾਂ, ਕਾਨੂੰਨੀ ਪ੍ਰਕਿਰਿਆ ਤੋਂ ਬਿਨਾਂ ਜਰਨਲ ਹਾਊਸ ਕਿਵੇਂ ਸੱਦਿਆ ਜਾ ਸਕਦਾ? ਨਾਲ ਮਾਣਯੋਗ ਹਾਈ ਕੋਰਟ ਦੇ ਵੱਲੋਂ ਪਾਬੰਦੀ ਹੈ।
ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹਾਸੋਹੀਣੀਆਂ ਸਰਦਾਰ ਝੀਂਡਾ ਸਾਹਿਬ ਵੱਲੋਂ ਕੀਤੀਆਂ ਜਾ ਰਹੀਆਂ ਨੇ, ਉਹ ਆਪਣਾ ਮਜ਼ਾਕ ਖੁਦ ਬਣਾ ਰਹੇ, ਪਰ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਉਹ ਮਜ਼ਾਕ ਬਣਾ ਰਹੇ ਆ। ਪੰਜਾਬ ਦੇ ਵਿੱਚ ਸਮੇਂ-ਸਮੇਂ ਸਿੱਖ ਲੀਡਰ ਜਿਹੜੇ ਹੈ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਜਾਂਦੀ ਹੈ ਜਾਂ ਹੋਰ ਸਿੱਖ ਮੁੱਦਿਆਂ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਦੇ ਜਥੇਬੰਦੀ ਉੱਭਰ ਕੇ ਸਾਹਮਣੇ ਆਇਆ। ਇੱਕ ਨੌਜਵਾਨ ਚਿਹਰਾ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦਾ ਹੈ ਅੰਮ੍ਰਿਤਪਾਲ ਸਿੰਘ। ਬੜਾ ਵੱਡਾ ਕਾਫਲਾ ਨੌਜਵਾਨਾਂ ਦਾ ਉਹਨਾਂ ਦੇ ਨਾਲ ਚੱਲ ਰਿਹਾ ਹੈ। ਅੰਮ੍ਰਿਤਪਾਲ ਸਿੰਘ ਦੇ ਨਾਲ ਕਦੇ ਤੁਹਾਡਾ ਸੰਪਰਕ ਹੋਇਆ ਜਾਂ ਉਹਨਾਂ ਦੀ ਸੋਚ ਨੂੰ ਕਿਸ ਤਰ੍ਹਾਂ ਵੇਖਦੇ ਹੋ? ਦੇਖੋ, ਮੇਰੇ ਨਾਲ ਕਦੇ ਵੀ ਜਿਹੜਾ ਹੈਗਾ ਅੰਮ੍ਰਿਤਪਾਲ ਸਿੰਘ ਨਾਲ ਫੋਨ ਤੇ ਵੀ ਗੱਲ ਨਹੀਂ ਹੋਈ, ਕਦੇ ਮਿਲਾਪ ਨਹੀਂ ਹੋਇਆ। ਪਰ ਚੰਗੀ ਗੱਲ ਆ, ਮੈਂ ਐਪਰੀਸ਼ੀਏਟ ਕਰਦਾ ਕਿ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨੌਜਵਾਨਾਂ ਨੂੰ ਪ੍ਰੇਰ ਕੇ ਅੰਮ੍ਰਿਤ ਛਕਣ ਵਾਸਤੇ ਲੈ ਕੇ ਗਏ। ਅਸੀਂ ਪਿਛਲੇ 27 ਸਾਲਾਂ ਤੋਂ ਇਹੀ ਪ੍ਰਚਾਰ ਕਰ ਰਹੇ ਹਾਂ। ਹਜ਼ਾਰਾਂ ਲੱਖਾਂ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਜਿੱਥੇ ਜਿੱਥੇ ਅਸੀਂ ਦੀਵਾਨ ਲਾਏ, ਹਰ ਤੀਜੇ ਦਿਨ ਅੰਮ੍ਰਿਤ ਸੰਚਾਰ ਹੁੰਦਾ। ਤਾਂ ਬੇਅੰਤ ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹਦੇ ਆ ਦੀਵਾਨ ਸੁਣ ਕੇ। ਮੈਨੂੰ ਅੱਜ ਵੀ ਜਦੋਂ ਮੈਂ ਵਿਚਰਦਾ ਪੰਜਾਬ, ਹਰਿਆਣਾ, ਦਿੱਲੀ, ਤਾਂ ਬਹੁਤ ਸਾਰੇ ਮੈਨੂੰ ਐਸੇ ਪ੍ਰਾਣੀ ਮਿਲਦੇ ਜਿਹੜੇ ਕਹਿੰਦੇ ਅਸੀਂ ਤੁਹਾਨੂੰ ਕਦੇ ਦੀਵਾਨ ਤਾਂ ਨਹੀਂ, ਟੀਵੀ 'ਤੇ ਦੀਵਾਨ ਸੁਣਿਆ, ਕਦੇ ਆਪ ਜਾ ਕੇ ਸਮਾਗਮ ਅਟੈਂਡ ਨਹੀਂ ਕੀਤਾ, ਪਰ ਟੀਵੀ 'ਤੇ ਤੁਹਾਨੂੰ ਸੁਣ ਕੇ ਅਸੀਂ ਅੰਮ੍ਰਿਤ ਛਕ ਲਿਆ। ਸੋ ਇਸ ਤਰ੍ਹਾਂ ਅਸੀਂ ਨਿੱਤ ਗੁਰਬਾਣੀ ਨਾਲ ਜੁੜਨ ਦਾ, ਅੰਮ੍ਰਿਤ ਸੰਚਾਰ ਦਾ, ਅੰਮ੍ਰਿਤ ਪ੍ਰਚਾਰ ਕਰਦੇ ਹਾਂ। ਤਾਂ ਜੇ ਕੋਈ ਹੋਰ ਕਰਦਾ ਹੈ ਤਾਂ ਸਾਨੂੰ ਤਾਂ ਖੁਸ਼ੀ ਹੁੰਦੀ ਹੈ ਕਿ ਪੰਥ ਵਿੱਚ ਵਾਧਾ ਹੁੰਦਾ ਹੈ। ਨੌਜਵਾਨ ਪਤਤ ਪੁਣਾ ਨਸ਼ੇ ਛੱਡ ਕੇ ਗੁਰੂ ਵਾਲੇ ਬਣਦੇ ਆ। ਅਤੇ ਜੇ ਅੰਮ੍ਰਿਤਪਾਲ ਸਿੰਘ ਹੁਣੀ ਲੈ ਕੇ ਗਏ ਆ, ਬਹੁਤ ਚੰਗੀ ਗੱਲ ਆ। ਸ਼ਲਾਘਾ ਕਰਦੇ ਹਾਂ, ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਹੋ ਕੇ ਅਤੇ ਗੁਰੂ ਦੇ ਲੜ ਲੱਗਣ ਵਾਸਤੇ ਪ੍ਰੇਰਿਆ। ਸਿੱਖਾਂ ਦੀ ਆਜ਼ਾਦੀ ਦੀ ਉਹ ਗੱਲ ਕਰਦੇ ਨੇ ਕਿ ਸਿੱਖ ਕੌਮ ਹਿੰਦੁਸਤਾਨ ਦੇ ਅੰਦਰ ਗੁਲਾਮ ਹੈ। ਕਿਸ ਤਰ੍ਹਾਂ ਸਿੱਖਾਂ ਦੀ ਗੁਲਾਮੀ ਜਿਹੜੀ ਉਹ ਗੱਲ ਕਰਦੇ ਆ, ਲਗਾਤਾਰ ਹਰ ਸਟੇਜ 'ਤੇ ਉਹ ਰਿਪੀਟ ਕਰਦੇ ਆ ਕਿ ਅਸੀਂ ਹਿੰਦੁਸਤਾਨ ਦੇ ਅੰਦਰ ਗੁਲਾਮ ਆ। ਉਹ ਸੋਚ ਨੂੰ ਕਿਸ ਤਰ੍ਹਾਂ ਵੇਖਦੇ ਹੋ? ਦੇਖੋ, ਹਰ ਬੰਦੇ ਦੀ ਆਪੋ ਆਪਣੀ ਸੇਵਾ ਹੁੰਦੀ ਹੈ। ਕੁਝ ਕਿਸ ਤਰੀਕੇ ਨਾਲ, ਹਰ ਬੰਦੇ ਦੀ ਸੋਚ ਆਪਣੀ ਹੁੰਦੀ ਹੈ। ਕਿਸੇ ਦੇ ਵਿਚਾਰ, ਕਿਸੇ ਦੀ ਸੋਚ, ਕਿਸੇ ਦਾ ਜਿਹੜਾ ਕਰਮ ਆ। ਹੁਣ ਸਾਡੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਕਿਸੇ ਦੀ ਗੁਰੂ ਘਰ ਗ੍ਰੰਥੀ ਸਿੰਘ ਦੀ ਸੇਵਾ, ਕਿਸੇ ਦੀ ਗੇਟ 'ਤੇ ਪਹਿਰੇਦਾਰੀ ਦੀ ਸੇਵਾ, ਕਿਸੇ ਦੀ ਲੰਗਰ ਬਣਾਉਣ ਦੀ ਸੇਵਾ, ਕਿਸੇ ਦੀ ਵਰਤਾਉਣ ਦੀ ਸੇਵਾ, ਕਈਆਂ ਦੀ ਆਏ ਗਈ ਸੰਗਤ ਨੂੰ ਸੰਭਾਲਣ ਦੀ ਸੇਵਾ। ਆਪੋ ਆਪਣਾ ਕਾਰਜ ਖੇਤਰ। ਇਸੇ ਤਰ੍ਹਾਂ ਕਿਸੇ ਦੀ ਕੀਰਤਨ ਕਰਨ ਦੀ ਸੇਵਾ, ਕਿਸੇ ਦੀ ਕਥਾ ਦੀ ਸੇਵਾ, ਕਿਸੇ ਦੀ ਕਾਰ ਸੇਵਾ। ਠੀਕ ਹੈ ਨਾ, ਆਪੋ ਆਪਣੀਆਂ ਸੇਵਾਵਾਂ ਨੇ। ਜਿਹੜੀਆਂ ਸੇਵਾਵਾਂ ਵਾਹਿਗੁਰੂ ਨੇ ਕਿਸੇ ਤੋਂ ਲੈਣੀਆਂ ਲੈ ਲੈਣੀਆਂ। ਜਿਹੜੀ ਉਹਨਾਂ ਦੀ ਸੋਚ ਆ ਉਹ ਉਹਨਾਂ ਦੀ ਆ, ਔਰ ਉਹਨਾਂ ਤੋਂ ਸੇਵਾ ਜਿਹੜੀ ਪਰਮਾਤਮਾ ਨੇ ਲੈਣੀ ਉਹਨਾਂ ਤੋਂ। ਜਿਹੜੀ ਸੇਵਾ ਸਾਡੇ ਲੇਖੇ ਲਾਈ ਪਰਮਾਤਮਾ ਨੇ, ਆਪ ਕਿਰਪਾ ਕਰਕੇ ਸਾਡੇ ਤੋਂ ਲੈ ਲੈਣੀ ਹੈ, ਕਿਸੇ ਹੋਰ ਤੋਂ ਸੇਵਾ ਲੈਣੀ ਹੈ। ਹਰੇਕ ਦੀ ਉਹਨਾਂ ਸੋਚ ਜਿਹੜੀ ਆ ਉਹਨੂੰ ਮੁਬਾਰਕ। ਜਿਵੇਂ ਗੁਰੂ ਸਾਹਿਬ ਨੇ ਕਿਹਾ, ਤੁਮ ਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਹਰੇਕ ਨੂੰ ਆਪੋ ਆਪਣੀ ਸੋਚ ਜਿਹੜੀ ਆ ਉਹ ਮੁਬਾਰਕ ਆ। ਪਰ ਸਾਨੂੰ ਜਿਹੜਾ ਹੈਗਾ, ਮੈਂ ਸਮਝਦਾ ਕਿਸੇ 'ਤੇ ਕ੍ਰਿਟੀਸਾਈਜ਼ ਕਰਨ ਨਾਲੋਂ ਇੱਕ ਦੂਜੇ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਨੌਜਵਾਨਾਂ ਨੂੰ ਸਿੱਧੇ ਰਾਹ 'ਤੇ ਪਾਉਣਾ, ਗੁਰੂ ਦੇ ਲੜ ਲਾਉਣਾ, ਧਰਮ ਨਾਲ ਜੋੜਨਾ, ਦੇਸ਼ ਕੌਮ ਧਰਮ ਦੀ ਚੜ੍ਹਦੀ ਕਲਾ ਨਾਲ ਸੇਵਾ ਕਰਨ ਲਈ ਪ੍ਰੇਰਨਾ। ਇਸ ਪਾਸੇ ਸਾਨੂੰ ਨੌਜਵਾਨਾਂ ਨੂੰ ਪ੍ਰੇਰਨਾ ਚਾਹੀਦਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ 2014 ਦੇ ਵਿੱਚ ਬਿਆਨ ਦਿੱਤਾ ਗਿਆ ਸੀ ਕਿ ਜੇਕਰ ਹਰਿਆਣੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਅਲੱਗ ਹੁੰਦਾ ਹੈ, ਹਰਿਆਣਾ ਕਮੇਟੀ ਵੱਖਰੀ ਬਣਦੀ ਹੈ, ਸ਼੍ਰੋਮਣੀ ਕਮੇਟੀ ਵੰਡੀ ਜਾਂਦੀ ਹੈ, ਤਾਂ ਮੈਂ ਅਕਾਲ ਤਖਤ ਸਾਹਿਬ 'ਤੇ ਜਾ ਕੇ ਸ਼ਹੀਦੀ ਦੇਣ ਲਈ, ਕੁਰਬਾਨੀ ਦੇਣ ਲਈ ਤਿਆਰ ਹਾਂ। ਦੇਖੋ, ਮੈਂ ਅਪੀਲ ਕਰਨੀ ਚਾਹੁੰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਉਹਨਾਂ ਨੂੰ ਸ਼ਹੀਦੀ ਦੀ ਲੋੜ ਨਹੀਂ ਆ। ਉਹਨਾਂ ਨੇ ਜਿਹੜਾ ਪੰਥ ਤੇ ਪੰਜਾਬ ਦਾ ਨੁਕਸਾਨ ਕੀਤਾ, ਅੱਜ ਪੰਥ ਇਹਨਾਂ ਹਾਲਾਤਾਂ 'ਚ ਗਿਆ ਵਾ, ਤਾਂ ਇਹ ਸਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਉਹ ਬਾਦਲ ਪਰਿਵਾਰ ਦੀ ਦੇਣ ਆ। ਉਹਨਾਂ ਨੂੰ ਇਹੋ ਜਿਹਾ ਸਟੈਪ ਨਹੀਂ ਚੱਕਣਾ ਚਾਹੀਦਾ ਕਿ ਉਹ ਅਕਾਲ ਤਖਤ ਸਾਹਿਬ 'ਤੇ ਸ਼ਹੀਦੀ ਦੇਣ। ਮੈਂ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਾ ਕਿ ਉਹਨਾਂ ਦੀ ਉਮਰ ਲੰਬੀ ਹੋਵੇ, ਉਹ ਲੰਬੀ ਉਮਰ ਲੈਣ, ਔਰ ਆਪਣੇ ਕੀਤੇ ਗੁਨਾਹ ਜਿਹੜੇ ਆ ਉਹਨਾਂ ਦਾ ਪਛਚਾਤਾਪ ਕਰਨ। ਉਹਨਾਂ ਨੂੰ ਇਸ ਵੇਲੇ ਰੱਬ ਦਾ ਨਾਂ ਲੈਣਾ ਚਾਹੀਦਾ, ਭਜਨ ਸਿਮਰਨ ਕਰਨਾ ਚਾਹੀਦਾ। ਪੰਥ ਤੇ ਪੰਜਾਬ ਨੇ ਤਾਂ ਉਹਨਾਂ ਨੂੰ ਮੁਆਫ ਨਹੀਂ ਕਰਨਾ, ਮਨੁੱਖਤਾ ਨੇ ਤਾਂ ਮੁਆਫ ਨਹੀਂ ਕਰਨਾ, ਪਰ ਹੋ ਸਕਦਾ ਪ੍ਰਮਾਤਮਾ ਉਹਨਾਂ ਨੂੰ ਮੁਆਫ ਕਰ ਦੇ ਜੇਕਰ ਆਪਣੇ ਗੁਨਾਹਾਂ ਦੀ ਮੁਆਫੀ ਮੰਗਣ। ਇਸ ਵੇਲੇ ਉਮਰ ਜਿਹੜੀ ਆ ਉਹਨਾਂ ਦੀ ਉਹ ਰੱਬ ਦਾ ਨਾਂ ਲੈਣ ਦੀ ਹੈ, ਅਤੇ ਉਹਨਾਂ ਨੂੰ ਰੱਬ ਦਾ ਨਾਂ ਤਾਂ ਚਲੋ ਸਦਾ ਹੀ ਲੈਣਾ ਚਾਹੀਦਾ। ਪਰ ਇਸ ਵੇਲੇ ਉਹਨਾਂ ਨੂੰ 5 ਵਾਰ ਚੀਫ ਮਿਨਿਸਟਰ ਰਹੇ ਆ, ਉਹਨਾਂ ਨੂੰ ਅਕਾਲ ਤਖਤ ਸਾਹਿਬ 'ਤੇ ਸ਼ਹਾਦਤ ਦੇਣ ਵਾਲੀ ਗੱਲ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ ਵੀ ਉਹ ਜਾ ਕੇ ਉੱਥੇ ਸ਼ਹੀਦੀ ਪਾਉਣ। ਮੈਂ ਤਾਂ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰਦਾ, ਔਰ ਇਹ ਅਪੀਲ ਕਰਨੀ ਚਾਹੁੰਦਾ ਕਿ ਆਪਣੇ ਘਰ ਰਹਿ ਕੇ ਭਜਨ ਸਿਮਰਨ ਕਰਨ, ਵਾਹਿਗੁਰੂ ਦੀ ਬੰਦਗੀ ਕਰਨ, ਅਤੇ ਆਪਣੇ ਕੀਤੇ ਗੁਨਾਹਾਂ ਦਾ ਪਛਚਾਤਾਪ ਕਰਨ। ਸ਼ਾਇਦ ਰੱਬ ਉਹਨਾਂ ਦੇ ਗੁਨਾਹ ਜਿਹੜੇ ਉਹ ਮਾਫ ਕਰ ਦੇ। ਇਹ ਸਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਜਿਨ੍ਹਾਂ ਨੇ ਉਹਨਾਂ 'ਤੇ ਲੱਗ ਰਹੇ ਇਲਜ਼ਾਮਾਂ ਦਾ ਬੜੇ ਵਧੀਆ ਤਰੀਕੇ ਦੇ ਨਾਲ ਜਵਾਬ ਦਿੱਤਾ ਹੈ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਵੱਖਰਾ ਹੋਣ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕੀਤੇ ਨੇ। ਅੱਗੇ ਆਉਣ ਵਾਲੀ ਵੀਡੀਓ ਦੇ ਵਿੱਚ ਹੋਰ ਕਿਸੇ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੇ। ਦੇਖਦੇ ਰਹੋ ਟੌਪਿਕ TV। ਧੰਨਵਾਦ।